तुसी मुझ गरीब ते दया करनी, तुसी मुझ गरीब ते दया करनी। ਬਾਣੀ स्वामी जी महाराज शब्द 15वां। मन रे क्यों गुमान अब करना, मन रे क्यों गुमान अब करना। ये बाणी स्वामी जी महाराज दी है। जद जद भी संत महापुरख दुनिया च आउंदे है, वो जिहड़ियां सानों खास बीमारियां लगियां हुंदियां ने, जिन्हां बीमारियां दे नाल असीं नष्ट होंदे हैं, वो बीमारियां दा सानों नहीं पता। वो संतां नूं पता है कि किहड़ी किहड़ी बीमारी लगी है। ये साढ़े अंदर सारियां बीमारियां ने, हंकार, मान, लोक लाज, ये सब बीमारियां ने सानू परमारथ तो पिछे ढाउंदियां। हंकार गुरु साहब जी फरमाउंदे है कि है मन, किस चीज़ का तू हंकार करदा है, किहड़ी चीज़ तेरे साथ जान वाली है जिहदा तू हंकार करदा है। जिन्हां जिन्हां ने हंकार किया है, किसी भी चीज़ का किया है, वो तबाह हो गए। कई बार अगे भी दसिया कि जदों पांडवां का फैसला कराने वास्ते श्री कृष्ण महाराज जी गए, दुर्योधन के पास गए कि इन्हां नूं 5 पिंड दे दे, ये 5 भरा गुजारा कर लैणगे। बहुत सारे लोकी पिछले जमाने दे जिहड़े युग सी उन्हां दी बहुत तारीफ करदे। एक जगह असीं गए, वो बंदा ज्यों गल्लें छिड़िया, कहंदा जी कलयुग बड़ा माड़ा, कलयुग बड़ा माड़ा, कलयुग आया जी। आखिर मैं उन्होंने कहा, मैं हुण तू बंद भी हो, तू ये दस भी तेरे नाल की कीता कलयुग ने। तू पहला किहड़े देश का नवाब सी, राजा सी, जिहड़ा अज तेरा राज खोलिया काल ने। दस ते सही, तू दस तेरे नाल माड़ा होया की है। कलयुग ने ते भाई हर एक जीव का कदर किया है। इस युग दे विच हर जीव का कदर है। मैं कहा तू ये दस, तू सतयुग का इतिहास दस, मैनू त्रेता का दस, द्वापर का दस। कदी कोई औरत टीचर भी है सी, या कोई डीसी सी, या कोई होर किसी महकमे च, या तुसी बंदे सो, राज तू राज चलता आया। प्यो मर गया, पुत आ गया, पुत मरिया, वह पुत आ गया। और जिन्होंने अपने सकिया निकिया का कदर नहीं किया, हिस्से नहीं दिते और जंग कीते, दूसरे लोगों का की हाल सी।
ਅੱਜ ਇਤਿਹਾਸਾਂ ਨੂੰ ਪਤਾ ਲੱਗਦਾ ਹੈ। ਅਸੀਂ ਕਹਿੰਦੇ ਹਾਂ ਜੀ ਪੁਰਾਤਨ ਯੁੱਗ ਜਿਹੜੇ ਬੜੇ ਚੰਗੇ ਸੀ। ਕੀ ਯੁੱਗ ਦੇ ਵਿੱਚ ਕੀ ਹੋਇਆ ਦੱਸੋ? ਕਿਹੜਾ ਨੇਕ ਕੰਮ ਹੋਇਆ ਸਿਵਾਏ ਲੜਾਈ ਝਗੜੇ ਦੇ? ਹੋਰ ਕਿਹੜਾ ਕੰਮ ਹੋਇਆ? ਕੋਈ ਬੰਦਗੀ ਹੋਈ ਹੈ? ਇੱਕ ਉੱਠਿਆ ਤੇ ਇੱਕ ਦੂਜੇ ਨੂੰ ਮਾਰਤਾ, ਦੂਜਾ ਉੱਠਿਆ ਤੀਜੇ ਨੂੰ ਮਾਰ ਦਿੱਤਾ। ਮੈਂ ਕਿਹਾ ਜਦੋਂ ਪਾਂਡਵਾਂ ਦਾ ਫੈਸਲਾ ਕਰਾਉਣ ਵਾਸਤੇ ਗਏ ਕ੍ਰਿਸ਼ਨ ਮਹਾਰਾਜ ਜੀ, ਤੇ ਆਖਰ ਉਹਨਾਂ ਦੇ ਭਰਾ ਸੀ, ਜੇ 5 ਪਿੰਡ ਦੇ ਵੀ ਦਿੰਦੇ ਤੇ ਕੀ ਫਰਕ ਪੈਂਦਾ? ਚੱਕਰਾਪਤੀ ਰਾਜ ਸੀ ਦੁਨੀਆ ਦਾ ਰਾਜ ਸੀ, ਤੇ 5 ਪਿੰਡਾਂ ਨਾਲ ਕੀ ਫਰਕ ਪੈਂਦਾ ਸੀ? ਲੇਕਿਨ ਉਹਨਾਂ ਨੇ ਮਾਣ ਕੀਤਾ ਕਿ ਅਸੀਂ ਰਾਜੇ ਹਾਂ, ਸਾਡੇ ਪਾਸ ਫੌਜਾਂ ਨੇ, ਧਨ ਪਦਾਰਥ ਹੈ, ਇੱਜ਼ਤ ਸਾਡੇ ਨਾਲ ਹੈ, ਸਾਨੂੰ ਇਹ 5 ਕੀ ਕਰ ਸਕਦੇ? 5 ਪਿੰਡ ਨਹੀਂ ਮੰਨੇ। ਕ੍ਰਿਸ਼ਨ ਮਹਾਰਾਜ ਨੇ ਸੌਂਕਿਆ ਕਿ ਤੈਨੂੰ ਰਾਜਨੀਤੀ ਦਾ ਪਤਾ ਕੀ ਹੈ, ਤੂੰ ਤੇ ਜੰਗਲ ਜਗਾਵਾਂ ਚਾਰਨ ਵਾਲਾ। ਜਦੋਂ ਉੱਠ ਕੇ ਤੁਰਨ ਲੱਗੇ, ਕਹਿਣ ਲੱਗਿਆ ਇਹ ਸਾਡੇ ਪਾਸ ਰਹੋ। ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਕਿਸੇ ਦੇ ਪਾਸ ਰਹਿਣ ਦੇ 2-3 ਮਸਲੇ ਹੁੰਦੇ ਆ, ਜਾਂ ਕੋਈ ਰਿਸ਼ਤੇਦਾਰੀ ਹੋਵੇ, ਜਾਂ ਕੋਈ ਯਾਰ ਦੋਸਤੀ, ਜਾਂ ਗੁਰੂ ਸਿੱਖ ਦਾ ਨਾਤਾ ਹੋਵੇ। ਮੇਰਾ ਤੁਹਾਡੇ ਨਾਲ ਰਿਸ਼ਤਾ ਹੀ ਕੋਈ ਨਹੀਂ ਰਿਹਾ। ਜਦੋਂ ਤੁਸੀਂ ਮੇਰਾ ਕਹਿਣਾ ਹੀ ਨਹੀਂ ਮੰਨਿਆ ਤਾਂ ਮੇਰਾ ਰਿਸ਼ਤਾ ਕੀ ਹੈਗਾ ਤੁਹਾਡੇ ਨਾਲ? ਤੇ ਰਾਤ ਰਹਿਣ ਦਾ ਵੀ ਮਕਸਦ ਕੀ ਹੈ? ਕਿੱਥੇ ਆ ਗਏ? ਰਾਜਿਆਂ ਦੇ ਸ਼ਾਹੀ ਮਹੱਲ ਛੱਡੇ, ਬੇਦਰ ਦੇ ਘਰ ਵਿੱਚ ਆ ਗਏ। ਬੇਦਰ ਦੇ ਘਰ ਆਏ। ਬੇਦਰ ਵੀ ਉਹਨਾਂ ਦੇ ਵਿੱਚੋਂ ਹੀ ਸੀ, ਹੈ ਉਹਨਾਂ ਦੇ ਵਿੱਚੋਂ ਹੀ ਸੀ ਬੇਦਰ ਵੀ, ਪਰ ਉਹਦੇ ਨਾਲ ਵੀ ਉਹਨਾਂ ਨੇ ਬੇਇਨਸਾਫ ਹੀ ਕੀਤਾ ਸੀ। ਉਹਨੂੰ ਆਪਣੇ ਘਰ 'ਚੋਂ ਕੋਈ ਹਿੱਸਾ ਉਹਨੂੰ ਵੀ ਨਹੀਂ ਸੀ ਦਿੱਤਾ ਹੈਗਾ, ਹੈ ਉਹਨਾਂ ਦੇ ਵਿੱਚੋਂ ਹੀ ਸੀ। ਬੇਦਰ ਦਾ ਜਾ ਕੇ ਦਰਵਾਜ਼ਾ ਟਕੋਰਿਆ। ਪਿਆਰ ਤੋਂ ਪਿਆਰ ਹੁੰਦਾ ਹੈ, ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ। ਪਿਆਰ ਜਿਹੜਾ ਉੱਥੇ ਗਰੀਬੀ ਤੇ ਅਮੀਰੀ ਦਾ ਸਵਾਲ ਨਹੀਂ ਹੈ। ਜਦੋਂ ਦਰਵਾਜ਼ਾ ਟਕੋਰਿਆ, ਬੇਦਰ ਦੀ ਔਰਤ ਬਾਹਰ ਆਈ। ਉਸ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕੀਤੇ ਤੇ ਉਹਨੂੰ ਨਸ਼ਾ ਹੀ ਚੜ੍ਹ ਗਿਆ, ਹੋਸ਼ ਹੀ ਨਹੀਂ ਰਹੀ ਆਪਣੇ ਬਦਨ ਦੀ। ਇਤਨਾ ਨਸ਼ਾ ਹੋ ਗਿਆ, ਕ੍ਰਿਸ਼ਨ ਮਹਾਰਾਜ ਨੂੰ ਕੇਲੇ ਖਵਾਉਣ ਲੱਗੀ। ਛਿੱਲੜ ਕ੍ਰਿਸ਼ਨ ਮਹਾਰਾਜ ਅੱਗੇ ਰੱਖੀ ਜਾਵੇ ਤੇ ਗੱਭੇ ਆਪ ਖਾਈ ਜਾਵੇ। ਕ੍ਰਿਸ਼ਨ ਮਹਾਰਾਜ ਜੀ ਉਹ ਛਿੱਲੜੀ ਖਾਈ ਜਾਣ। ਜਦੋਂ ਬੇਦਰ ਜੀ ਆਏ, ਉਹਨਾਂ ਕਿਹਾ, ਭੋਲੀਏ ਤੂੰ ਕੀ ਕਰ ਰਹੀ ਹੈ? ਭਗਵਾਨ ਨੂੰ ਕੀ ਦੇ ਰਹੀ ਹੈ? ਹੋਸ਼ ਆ ਗਈ। ਉਹ ਜਿਹੜਾ ਨਸ਼ਾ ਸੀ ਉਹ ਨਸ਼ਾ ਲੱਥ ਗਿਆ। ਜਦੋਂ ਗੱਭੇ ਲੱਗੀ ਦੇਣ, ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਉਹ ਸਵਾਦ ਨਹੀਂ, ਪਹਿਲਾ ਸਵਾਦ ਨਹੀਂ ਹੈ। ਜਿਹੜਾ ਪਹਿਲਾ ਸਵਾਦ ਸੀ ਉਹ ਨਹੀਂ ਇਹਦੇ ਵਿੱਚ। ਉਹ ਛਿੱਲੜਾਂ 'ਚ ਵੀ ਸਵਾਦ ਸੀ। ਕਿਉਂ? ਉਹਦੇ 'ਚ ਪਿਆਰ ਸੀ। ਸਵਾਦ ਤੇ ਪਿਆਰ ਦਾ ਹੁੰਦਾ ਹੈ। ਤੁਸੀਂ ਕਿਸੇ ਨੂੰ ਸੁੱਕੀ ਰੋਟੀ ਖਵਾ ਦਿਓ ਪਿਆਰ ਦੇ ਨਾਲ, ਤੇ ਉਹਦੇ ਵਿੱਚ ਉਹ ਬੰਦਾ ਖੁਸ਼ ਰਹਿੰਦਾ ਹੈ। ਤੁਸੀਂ ਚੰਗਾ ਖਾਣਾ ਖਵਾ ਦਿਓ, ਕੋਈ ਭੈੜੀ ਗੱਲ ਕਹਿ ਦਿਓ, ਉਹ ਸਾਰਾ ਸੁਆਹ ਬਣ ਜਾਂਦਾ। ਉਹ ਸਵਾਦ ਨਹੀਂ ਰਿਹਾ ਜਿਹੜਾ ਸਵਾਦ ਛਿੱਲੜਾਂ ਵਿੱਚ ਸੀ। ਬੇਦਰ ਦੇ ਘਰ ਆ ਕੇ ਉਹਨਾਂ ਨੇ ਮਾਣ ਕੀਤਾ, ਤੇ ਬਾਣੀ 'ਚ ਲਿਖਿਆ ਹੈ, ਤੇਰਾ ਮਾਣ ਖੁਦਾ ਨੂੰ ਨਾ ਪਾਵੇ, ਬੰਦਿਆ ਤੂੰ ਮਾਣ ਨਾ ਕਰੇ। ਜੰਗ ਹੋਇਆ, ਇਹ ਸਾਡੇ ਨਾਲ ਜੰਗ ਕਰਨ ਤੇ ਲੈ ਲੈਣ।
ਕੀ ਰਿਹਾ ਫਿਰ? ਕੁਲਾਂ ਖਤਮ ਹੋ ਗਈਆਂ, ਕੁਲਾਂ ਖਤਮ ਹੋ ਗਈਆਂ, ਰਾਜ ਪਾੜ ਸਭ ਖਤਮ ਹੋ ਗਿਆ। ਮਾਣ ਕੀਤਾ। ਇਸ ਵਾਸਤੇ स्वामी जी महाराज बाणी 'ਚ फरमा रहे है कि ऐ मन तू इस बीमारी ਨੂੰ दूर कर। तू किस चीज़ का मान करदा है? ਕਿਹੜੀ चीज़ तेरे साथ जान वाली है? कोई दुनिया 'ਚ नज़र मार, कोई सज्जन मित्र, कोई अपना पराया, कोई है तेरा साथी? औखे वेले का कोई तेरा साथ देगा? तो कोई नज़र आउंदा नहीं, तो ना है, तो ना किसी नूं किसी साथ दिता है। इसे वास्ते कई बार अगे भी दस्या है कि उस परमात्मा नूं मान की जरूरत नहीं है, उन्होंने प्यार की जरूरत है। जदों भगवान नूं ऋषियां मुनियां ने कहा कि साढ़े आश्रम च दर्शन दिओ जी, उन्हें मंजूर कर लिया। पर उसे जंगल दे विच एक भीलनी भी सी, जिहड़ी बहुत गरीब सी, कखां दी झोंपड़ी सी उसदी। दिल च सोचिया कि ये बड़े बड़े अमीर ने ऋषि मुनि, इन्हां दे मकान भी अच्छे ने, खाने भी अच्छे बनाने हैं। हो सकता भगवान नूं मेरी झोंपड़ी तक आउण देण जां नहीं, पर बाई चांस जे आ भी जाणगे तो मैं भोग काहदा लगावांगी? मेरे पास तो कुछ भी नहीं हैगा। प्यार तो प्यार ही होंदा है। जंगल विच जाके बड़ी शरधा दे नाल, बड़े प्यार नाल मिठे मिठे बेर तोड़े चख चख के, कोई कौड़ा बेर ना भगवान नूं चला जाए। अपनी झोंपड़ी दे विच रख ले, शरधा पूरी सी। जदों वो समा आया, भगवान जी आए। एक ऋषि नूं पुछया कि मकान किहदा है? जी मेरा है। दूजे ने पूछया जी ये किहदा मकान है? जी मेरा है। तीजे ने पूछया किहदा? जी मेरा है। मेरा मेरा करदे लंघ गए सारे मकान। किसी मकान दे विच नहीं बैठे। पूछया इत्थे कोई होर भी साधु है? उन्हें कहा जी एक भीलनी है, बड़ी दूर जी उसका कुठिया दसिया। भगवान जी उत्थे चला गए। जाके पूछया कि झोंपड़ी किस दी है? इथों पता लगता है कि वो मालक जिहड़ा है, जाति राम न रीझिए भगत करे तां सीझिए। वो परमात्मा जिहड़ा है वो किसी बड़े छोटे का नहीं, वो प्यार का भुखा है। उसनों प्यार की जरूरत है। पूछया है झोंपड़ी किस दी है? तो पीलड़ी ने क्या उठ के खड़ी हो गई, गल च पल्ला पा लिया, हाथ बन ले, ते बड़ी शरधा दे नाल, बड़े प्यार दे नाल कहन लगी महाराज ये झोंपड़ी भी आपदी है ते मैं भी आपदी हाँ, मेरा इत्थे कुछ नहीं है, मेरा इत्थे कुछ भी नहीं। ते उस झोंपड़ी दे विच भगवान जी बैठ गए और जूठे बेर भीलनी दे खाधे। ये इतिहास है, कोई बनौटी गल नहीं, आम जगह ते पढ़िया जाता है। सारे ऋषि मुनि परेशान हो गए कि की बनया, साढ़े बड़े सोहने मकान, अच्छे अच्छे असी खाने बनाए है, ना भगवान जी साढ़े कम मकाना च बैठे है, ना साढ़े खाने खाधे। परेशान हो गए।
ਸਾਰਿਆਂ ਨੂੰ ਬੁਲਾਇਆ, ਆਓ ਭਾਈ ਬੈਠੋ। ਮੈਂ ਸਭ ਤੋਂ ਪਹਿਲਾਂ ਤੁਹਾਡਾ ਨੰਬਰ ਸੀ, ਤੁਹਾਨੂੰ ਪੁੱਛਿਆ ਕਿ ਇਹ ਮਕਾਨ ਕਿਸ ਦਾ ਹੈ, ਤਾਂ ਤੁਸੀਂ ਕਿਸੇ ਨੇ ਨਹੀਂ ਕਿਹਾ ਮੇਰਾ, ਤੁਸੀਂ ਆਪਣੇ ਆਪਣੇ ਕਿਹਾ ਹੈ। ਇਸ ਵਿਚਾਰੀ ਗਰੀਬਣੀ ਨੇ ਇਹ ਕੱਖਾਂ ਦੀ ਝੌਂਪੜੀ ਜਿਹੜੀ ਹੈ ਇਹ ਕਿਹਾ ਜੀ ਤੁਹਾਡੀ ਹੈ। ਬੜੀ ਸ਼ਰਧਾ ਨਾਲ, ਬੜੇ ਪਿਆਰ ਨਾਲ ਕਿਹਾ ਹੈ। ਮੈਂ ਇਹਦੇ ਵਿੱਚ ਬੈਠ ਗਿਆ, ਤੁਹਾਡਾ ਕੀ ਇਤਰਾਜ਼ ਹੈ? ਜੋ ਕੁਛ ਇਹਦੇ ਪਾਸ ਹੈ ਸੀ ਉਸ ਦਾ ਅਸੀਂ ਭੋਗ ਲਗਾਇਆ। ਹੁਣ ਤੁਹਾਡਾ ਕੀ ਇਤਰਾਜ਼ ਹੈ ਇਹਦੇ ਵਿੱਚ? ਉੱਥੇ ਲਿਖਿਆ ਜਿਨ ਪ੍ਰੇਮ ਕੀਆ ਤਿਨ ਪ੍ਰਭ ਪਾਇਆ। ਜਿਨ ਲਫ਼ਜ਼ ਜਿਹੜਾ ਇਹ ਇੱਕ ਮੁਸ਼ਤਰਕ ਲਫ਼ਜ਼ ਹੈ, ਇਹ ਕਿਸੇ ਦੇ ਵੀ ਘਟ ਸਕਦਾ ਹੈ, ਕੋਈ ਵੀ ਹੋ ਸਕਦਾ ਹੈ। ਜਿਨ ਪ੍ਰੇਮ ਕੀਆ ਤਿਨ ਪ੍ਰਭ ਪਾਇਆ। ਗਰੀਬ ਕਰ ਸਕਦਾ ਹੈ, ਅਮੀਰ ਕਰ ਸਕਦਾ ਹੈ। ਪਿਆਰ ਜਿਹੜਾ ਹੈ, ਮਾਣ ਔਰ ਨਾਮ, ਜਿਸ ਤਰ੍ਹਾਂ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਇਸੇ ਤਰ੍ਹਾਂ ਜਿੱਥੇ ਨਾਮ ਹੈ ਉੱਥੇ ਨਾਮ ਰਹੇਗਾ, ਉੱਥੇ ਮਾਣ ਨਹੀਂ ਰਹੇਗਾ। ਜਿੱਥੇ ਮਾਣ ਹੈ ਉੱਥੇ ਨਾਮ ਨਹੀਂ ਰਹੇਗਾ। ਇੱਕੋ ਚੀਜ਼ ਨੇ ਰਹਿਣਾ ਹੈ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਐ ਕਬੀਰ ਮਨ ਤੋਂ ਏਕ ਹੈ, ਚਾਹੇ ਕਿਤੇ ਲਗਾ, ਚਾਹੇ ਕਰ ਭਗਤੀ, ਚਾਹੇ ਵਿਸ਼ੇ ਕਮਾ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਮਨ ਤੇ ਇੱਕੋ ਹੀ ਹੈ, ਚਾਹੇ ਤੂੰ ਇਹਦੇ ਨਾਲ ਭਗਤੀ ਕਰ ਲੈ ਤੇ ਚਾਹੇ ਮਾੜੇ ਕਰਮ ਕਰ ਲੈ। ਇੱਕ ਦੋ ਕੰਮ ਨਹੀਂ ਕਰ ਸਕਦਾ, ਇੱਕੋ ਹੀ ਕਰ ਸਕਦਾ ਹੈ। ਹੁਣ ਜਿਨ੍ਹਾਂ ਨੇ ਕਿਸੇ ਸੰਤਾਂ ਮਹਾਂਪੁਰਖਾਂ ਦੇ ਪਾਸੋਂ ਜੁਗਤੀ ਲੈ ਕੇ ਮਿਹਨਤ ਕੀਤੀ ਹੈ, ਠੀਕ ਉਹਦੇ ਅੰਦਰ ਜਿਸ ਤਰ੍ਹਾਂ ਬੱਦਲ ਪੈਂਦਾ ਤੇ ਜ਼ਮੀਨ 'ਚ ਸਲਾਬ ਆ ਜਾਂਦੀ ਹੈ, ਇੱਦਾਂ ਧੂੜਾਂ ਉੱਡਦੀਆਂ ਨੇ। ਜਦੋਂ ਬੱਦਲ ਨਹੀਂ ਪਿਆ ਹੁੰਦਾ ਤਾਂ ਉਹੀ ਮਿੱਟੀ ਉੱਡਦੀ ਹੈ, ਜਦੋਂ ਬੱਦਲ ਪੈਂਦਾ ਉਹੀ ਮਿੱਟੀ ਬਹਿ ਜਾਂਦੀ ਹੈ, ਉਹਦੇ 'ਚ ਸਲਾਬ ਆ ਜਾਂਦੀ ਹੈ। ਉਹਦੇ ਵਿੱਚ ਕੱਖ ਕਾਣ ਜਿਹੜੇ ਹਰਿਆਲੀ ਹੋ ਜਾਂਦੀ ਹੈ, ਦਰਖਤਾਂ 'ਚ ਹਰਿਆਲੀ ਹੋ ਜਾਂਦੀ ਹੈ, ਖੁਸ਼ੀ ਆ ਜਾਂਦੀ ਹੈ, ਹਰ ਚੀਜ਼ ਵਿੱਚ ਖੁਸ਼ੀ ਆ ਜਾਂਦੀ ਹੈ। ਕਈ ਵਾਰ ਸੋਚਿਆ, ਦੇਖਦੇ ਹਾਂ ਕਿ ਜਦੋਂ ਬੱਦਲ ਚੜ੍ਹਦੇ ਹੈ ਉਹਨਾਂ ਦੇ ਵਿੱਚ ਜਾਨਵਰ ਉੱਡਦੇ ਹੈ, ਬੜੀ ਖੁਸ਼ੀਆਂ ਕਰਦੇ ਹੈ, ਔਰ ਕਈ ਵਾਰ ਪਸ਼ੂ ਵੀ ਖੁਸ਼ੀਆਂ ਕਰਦੇ ਹੈ, ਪਸ਼ੂ ਵੀ ਦੌੜਦੇ ਹੈ ਉਸ ਸਮੇਂ 'ਚ ਤੇ ਖੁਸ਼ੀਆਂ ਕਰਦੇ ਹੈ। ਹਰ ਇੱਕ ਚੀਜ਼ ਨੂੰ ਉਸ ਚੀਜ਼ ਦੀ ਖੁਸ਼ੀ ਹੈ। ਜਿਹਦੇ ਅੰਦਰ ਉਹ ਸ਼ਬਦ ਦੀ ਤਾਕਤ ਆ ਜਾਏ, ਉਹ ਸਲਾਬ ਹੋਣਾ ਸ਼ੁਰੂ ਹੋ ਜਾਏ, ਕਿ ਉਹ ਖੁਸ਼ ਨਾ ਹੋਏਗਾ? ਉਹਦੇ ਅੰਦਰ ਖੁਸ਼ੀ ਨਹੀਂ ਆਏਗੀ। ਪਰ ਇਹ ਕੁਛ ਟਾਈਮ ਲੱਗਦਾ ਹੈ। ਇਹ ਕਮਾਈ ਦਾ ਕੰਮ ਹੈ। ਮਿਹਨਤ ਕਰੇ, ਆਸਤੇ ਆਸਤੇ ਜਿਉਂ-ਜਿਉਂ ਮਿਹਨਤ ਕਰੇਗਾ ਤਿਉਂ ਇਹਦੇ ਅੰਦਰ ਉਹ ਜੋੜ ਜੱਤਾ ਬਣਨਾ ਸ਼ੁਰੂ ਹੋ ਜਾਏਗਾ। ਜਿਸ ਤਰ੍ਹਾਂ ਕੋਈ ਵੀ ਬੰਦਾ ਸਿਆਣਾ ਕੰਮ ਕਰਦਾ ਹੈ, ਪੈਸਾ ਵੀ ਬੁਗਣੀ 'ਚ ਪਾਉਂਦਾ ਹੈ, ਇੱਕ ਦਿਨ ਉਹ ਬੁਗਣੀ 'ਚ ਰਕਮ ਬਣ ਜਾਂਦੀ ਹੈ। ਥੋੜਾ ਵੀ ਪਾਏਗਾ ਤਦ ਵੀ ਇੱਕ ਦਿਨ ਰਕਮ ਬਣ ਜਾਏਗੀ। ਇਸੇ ਤਰ੍ਹਾਂ ਅਸੀਂ ਭਜਨ ਸਿਮਰਨ ਕਰਾਂਗੇ, ਮਾਣ ਤਰਾਣ ਛੱਡ ਕੇ, ਹੰਕਾਰ ਛੱਡ ਕੇ, ਲੋਭ ਲਾਗ ਛੱਡ ਕੇ ਜੇ ਭਜਨ ਕਰਾਂਗੇ, ਆਸਤੇ ਆਸਤੇ ਸਾਡੇ ਅੰਦਰ ਵੀ ਉਹ ਸਲਾਬ ਆਉਣਾ ਸ਼ੁਰੂ ਹੋ ਜਾਏਗੀ, ਠੰਡ ਪੈਣਾ ਸ਼ੁਰੂ ਹੋ ਜਾਏਗੀ, ਉਹ ਤਾਕਤ ਜਿਹੜੀ ਸਾਡੇ ਅੰਦਰ ਆਉਣਾ ਸ਼ੁਰੂ ਹੋ ਜਾਏਗੀ। ਪਰ ਕੰਮ ਕਰਨ ਨਾਲ, ਜੇ ਕਰਾਂਗੇ ਤਦ, ਜੇ ਨਾ ਕਰਾਂਗੇ ਫਿਰ ਮੁਸ਼ਕਲ ਹੈ, ਫਿਰ ਨਹੀਂ, ਫਿਰ ਨਾ ਕਿਸੇ ਦੇ ਆਈ ਹੈ ਤੇ ਨਾ ਹੀ ਕਿਸੇ ਦੇ ਆਉਣੀ ਹੈ। ਹਰ ਚੀਜ਼ ਕੰਮ ਨਾਲ ਮਿਲਦੀ ਹੈ। ਜੇ ਅਸੀਂ ਦੁਨੀਆ ਵਿੱਚ ਕਿਸੇ ਬਾਹਰਲੀ ਮਾਇਆ ਦੀ ਜ਼ਰੂਰਤ ਹੈ ਤਾਂ ਉਹਦੇ ਵਿੱਚ ਵੀ ਸਾਨੂੰ ਕੰਮ ਕਰਨਾ ਪੈਂਦਾ, ਮਿਹਨਤ ਕਰਨਾ ਪੈਂਦੀ ਹੈ, ਤਦ ਮਿਲਦੀ ਹੈ।
ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹਦੇ ਬਾਰੇ ਵੀ ਸਾਨੂੰ ਮਿਹਨਤ ਕਰਨਾ ਪੈਂਦੀ ਹੈ। ਮਿਹਨਤ ਦੀ ਜ਼ਰੂਰਤ ਹੈ, ਪਰ ਇਹ ਨਾਸ਼ਵਾਨ ਚੀਜ਼ਾਂ ਨੇ, ਇਹਦੀ ਮਿਹਨਤ ਬੜੀ ਬਹੁਤ ਜਣੇ ਕਮ ਹੈ, ਔਰ ਇਹਦੀ ਜਿਹੜੀ ਹੱਦ ਵੀ ਬਹੁਤ ਛੋਟੀ ਜਿਹੀ ਹੈ। ਇਹ ਸਿਰਫ ਸਾਡੇ ਤੱਤਾਂ ਦੀ ਖੁਰਾਕ ਹੈ। ਜਿਹੜੇ ਸਾਡੇ ਤੱਤ ਨੇ, 4 ਤੱਤ ਨੇ, ਅੱਗ, ਮਿੱਟੀ, ਹਵਾ ਤੇ ਪਾਣੀ। ਇਹਦੇ ਵਾਸਤੇ ਅਸੀਂ ਨੌਕਰੀ ਕਰਦੇ ਹਾਂ, ਇਹਨਾਂ ਵਾਸਤੇ ਅਸੀਂ ਦੁਕਾਨਦਾਰੀ ਕਰਦੇ ਹਾਂ, ਇਹਨਾਂ ਵਾਸਤੇ ਅਸੀਂ ਖੇਤੀਬਾੜੀ ਕਰਦੇ ਹਾਂ, ਇਹਨਾਂ ਤੱਤਾਂ ਨੂੰ ਕਾਇਮ ਰੱਖਣ ਵਾਸਤੇ। ਇਹ ਜਦ ਸਾਡਾ ਸਰੀਰ, ਸਾਡਾ ਦਾਣਾ ਪਾਣੀ ਮੁੱਕ ਜਾਂਦਾ ਹੈ, ਇਹ ਨਾਲ ਹੀ ਇਹ ਤੱਤ ਵੀ ਖਤਮ ਹੋ ਜਾਂਦੇ ਹੈ, ਔਰ ਇਹਦੀਆਂ ਖੁਰਾਕਾਂ ਵੀ ਖਤਮ ਹੋ ਜਾਂਦੀਆਂ ਨੇ। ਪਰ ਜਿਹੜੀ ਅਸਲੀ ਚੀਜ਼ ਸੰਤ ਦੱਸਦੇ ਹੈ, ਰੂਹ ਦੀ ਖੁਰਾਕ ਹੈ ਸ਼ਬਦ, ਜਿਹੜੀ ਇਹਦੇ ਅੰਦਰ ਉਹ ਧੁਨ ਆ ਰਹੀ ਹੈ, ਲੱਜਤ ਆ ਰਹੀ ਹੈ, ਉਹ ਖਤਮ ਨਹੀਂ ਹੁੰਦੀ, ਉਹ ਖਤਮ ਨਹੀਂ ਹੁੰਦੀ। ਇਹ ਸਰੀਰ ਖਤਮ ਹੋ ਜਾਂਦਾ ਹੈ, ਮਿੱਟੀ ਨਾਲ ਮਿੱਟੀ ਮਿਲ ਜਾਂਦੀ ਹੈ, ਹਵਾ ਨਾਲ ਹਵਾ ਮਿਲ ਜਾਂਦੀ ਹੈ, ਪਾਣੀ ਨਾਲ ਪਾਣੀ ਮਿਲ ਜਾਂਦਾ, ਅਗਨ ਨਾਲ ਅਗਨ ਮਿਲ ਜਾਂਦੀ। ਸਰੀਰ ਖਤਮ ਹੋ ਗਿਆ, ਇਹਦੀ ਖੁਰਾਕਾਂ ਵੀ ਖਤਮ ਹੋ ਗਈਆਂ। ਪਰ ਜਿਹੜੀ ਸਾਡੀ ਰੂਹ ਦੀ ਖੁਰਾਕ ਹੈ, ਉਹ ਖਤਮ ਨਹੀਂ ਹੁੰਦੀ, ਉਹ ਟਲ ਹੈ, ਉਹ ਹਮੇਸ਼ਾ ਵਾਸਤੇ ਕਾਇਮ ਹੈ। ਅਸਲੀ ਸੰਤ ਮਹਾਂਪੁਰਖ ਉਸ ਖੁਰਾਕ ਨੂੰ ਦੱਸਦੇ ਕਿ ਉਹਦੇ ਵਾਸਤੇ ਸਾਨੂੰ ਭਜਨ ਸਿਮਰਨ ਦੀ ਜ਼ਰੂਰਤ ਹੈ, ਔਰ ਨੇਕ ਪਾਕ ਕੰਮ ਕਰਨ ਦੀ ਜ਼ਰੂਰਤ ਹੈ ਉਸ ਖੁਰਾਕ ਵਾਸਤੇ, ਜਿਹੜੀ ਸਾਡੇ ਵਾਸ ਹਮੇਸ਼ਾ ਹੀ ਵਾਸਤੇ ਰਹਿਣੀ ਹੈ। ਇਹ ਜਿਹੜੀਆਂ ਖੁਰਾਕਾਂ ਸਾਡੀਆਂ, ਇਹ ਹਮੇਸ਼ਾ ਨਹੀਂ ਰਹਿਣੀਆਂ। ਹਮੇਸ਼ਾ ਸਾਡੀ ਦੁਕਾਨਦਾਰੀ ਨਹੀਂ ਰਹਿਣੀ, ਹਮੇਸ਼ਾ ਸਾਡੀ ਖੇਤੀਬਾੜੀ ਨਹੀਂ ਰਹਿ ਸਕਦੀ, ਹਮੇਸ਼ਾ ਹੀ ਸਾਡੀ ਨੌਕਰੀ ਨਹੀਂ ਰਹਿ ਸਕਦੀ। ਸਰੀਰ ਦੇ ਨਾਲ ਹੈ, ਇਹਨਾਂ ਤੱਤਾਂ ਦੇ ਨਾਲ ਹੈ। ਜਦੋਂ ਤੱਤ ਖਤਮ ਹੋਏ, ਸਾਡੀਆਂ ਨੌਕਰੀਆਂ ਖਤਮ ਹੋ ਗਈਆਂ, ਸਾਡੀਆਂ ਖੇਤੀਆਂ ਬਾੜੀਆਂ ਖਤਮ ਹੋ ਗਈਆਂ, ਜੋ ਵੀ ਬਿਜ਼ਨਸ ਅਸੀਂ ਕਰਦੇ ਹਾਂ ਸਾਰਾ ਖਤਮ ਹੋ ਗਿਆ, ਇਹਨਾਂ ਤੱਤਾਂ ਦੇ ਨਾਲ ਹੈ। ਲੇਕਿਨ ਜਿਹੜਾ ਰੂਹ ਦਾ ਸਾਡੇ ਅੰਦਰ ਤਾਕਤ ਹੈ, ਉਹ ਸ਼ਬਦ ਨਾਲ, ਜਦੋਂ ਉਹ ਸ਼ਬਦ ਦਾ ਰਸ ਜਿਹੜਾ ਹੈ ਉਹ ਕਦੀ ਖਤਮ ਨਹੀਂ ਹੋ ਸਕਦਾ, ਉਹ ਹਮੇਸ਼ਾ ਵਾਸਤੇ ਟਲ ਹੈ। ਪਰ ਮਿਲੇਗਾ ਕਿਸ ਤਰ੍ਹਾਂ? ਉਹ ਭਜਨ ਸਿਮਰਨ ਨਾਲ। ਜਿਉਂ-ਜਿਉਂ ਸਿੱਖ ਭਜਨ ਕਰੇਗਾ, ਇੱਕ ਦਿਨ ਦਾ ਮਸਲਾ ਨਹੀਂ, ਜਾਂ ਸਾਲ ਦਾ ਨਹੀਂ, 2 ਸਾਲ ਦਾ ਨਹੀਂ, ਸਹਿਜੇ ਸਹਿਜ ਪੱਕੇ ਸੋ ਮਿੱਠਾ ਹੋਏ। ਕੋਈ ਵੀ ਫਲ ਜਿਹੜਾ ਹੈ ਉਹ ਯਕਦਮ ਮਠਿਆਸ ਨਹੀਂ ਦਿੰਦਾ, ਉਹ ਦਰਖਤ ਨਾਲ ਜੁੜਿਆ ਰਹਿੰਦਾ ਹੈ। ਆਸਤੇ 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 ਉਹਦੀ ਤਬਦੀਲੀ ਹੋਣਾ ਸ਼ੁਰੂ ਹੋ ਜਾਂਦੀ ਹੈ, ਔਰ ਇੱਕ ਦਿਨ ਉਹ ਹੀ ਮਿੱਠਾ ਹੋ ਜਾਂਦਾ ਹੈ। ਇਸੇ ਤਰ੍ਹਾਂ ਆਸਤੇ ਆਸਤੇ ਅਸੀਂ ਵੀ ਭਜਨ ਸਿਮਰਨ ਕਰਾਂਗੇ, ਸਾਡੇ ਅੰਦਰ ਵੀ ਉਹ ਤਾਕਤ ਹੌਲੀ ਹੌਲੀ ਆਉਣਾ ਸ਼ੁਰੂ ਹੋ ਜਾਏਗੀ। ਇੱਕ ਦਿਨ ਅਸੀਂ ਵੀ ਆਪਣੇ ਦੇਸ਼ ਪਹੁੰਚ ਜਾਵਾਂਗੇ ਔਰ ਹਮੇਸ਼ਾ ਦਾ ਸੁਖ ਪ੍ਰਾਪਤ ਕਰ ਲਵਾਂਗੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾਉਂਦੇ ਹੈ ਕਿ ਐ ਮਨ ਤੂੰ ਮਾਣ ਕਿਸ ਚੀਜ਼ ਦਾ ਕਰਦਾ ਹੈ? ਇਹ ਚੀਜ਼ਾਂ ਸਾਰੀਆਂ ਇੱਥੇ ਰਹਿ ਜਾਣੀਆਂ। ਜੇ ਮਾਇਆ ਦਾ ਮਾਣ ਕਰਦਾ ਉਹ ਵੀ ਇੱਥੇ ਰਹਿ ਜਾਂਦੀ ਹੈ, ਜੇ ਕੋਮਾ ਮਜਬਾ ਦਾ ਮਾਣ ਕਰਦਾ ਉਹ ਵੀ ਇੱਥੇ ਰਹਿ ਜਾਂਦੀਆਂ ਨੇ, ਜੇ ਪਰਿਵਾਰ ਦਾ ਮਾਣ ਕਰਦਾ ਉਹ ਵੀ ਇੱਥੇ ਰਹਿ ਜਾਂਦੀ ਹੈ। ਤੈਨੂੰ ਇਕੱਲਿਆਂ ਨੂੰ ਜਾਣਾ ਪਏਗਾ। ਸਾਈਂ ਬੁੱਲੇ ਸ਼ਾਹ ਨੇ ਇਸੇ ਵਾਸਤੇ ਬਾਣੀ 'ਚ ਫਰਮਾਇਆ, ਬੁੱਲਿਆ ਇਹ ਜੋ ਤੇਰੀ ਮਾਸੀ ਫੁੱਫੀ ਤੈਨੂੰ ਤੇਰੇ ਨਾਲ ਨਾ ਕੋਈ ਜਾਸੀ, ਇਹ ਸਭ ਕਜੀਆ ਤੈਨੂੰ ਪੈਸੀ। ਇਹ ਜਿਹੜੇ ਤੇਰੇ ਰਿਸ਼ਤੇਦਾਰੀਆਂ ਸੱਜਣ ਮਿੱਤਰ ਨੇ, ਤੇਰੇ ਨਾਲ ਕਿਸੇ ਨਹੀਂ ਜਾਣਾ। ਇਹ ਸਾਰਾ ਕਜੀਆ, ਸਾਰਾ ਦੁੱਖ ਜੋ ਵੀ ਅੱਗੇ ਆਉਣਾ ਉਹ ਤੈਨੂੰ ਹੀ ਆਉਣਾ ਤੇ ਤੈਨੂੰ ਭੁਗਤਣਾ ਪੈਣਾ। ਇਹ ਸੰਤ ਮਹਾਂਪੁਰਖ ਜਿਤਨੇ ਵੀ ਦੁਨੀਆ 'ਤੇ ਆਉਂਦੇ ਹੈ, ਸਾਨੂੰ ਇਹਨਾਂ ਦੁੱਖਾਂ ਤੋਂ ਬਚਾਉਂਦੇ ਹੈ। ਔਰ ਇਹਨਾਂ ਦਾ ਅਸਲੀ ਦੁੱਖ ਜਿਹੜਾ ਮੂਲ ਕੀ ਹੈ? ਉਹ ਮਨ, ਜਿਹੜਾ ਅਸੀਂ ਹੰਕਾਰ ਕਰਦੇ ਹਾਂ, ਜਿਹੜਾ ਅਸੀਂ ਮਾਣ ਕਰਦੇ ਹਾਂ। ਸਾਰੇ ਦੁੱਖਾਂ ਦੀ ਇੱਕ ਬੁਨਿਆਦ ਹੈ, ਮਨ ਮਰੇ ਤਾਂਤ ਮਰ ਜਾਏ। ਜਦੋਂ ਮਨ ਮਰ ਗਿਆ, ਇਹਦੀਆਂ ਸ਼ਾਖਾਂ ਖਤਮ ਹੋ ਗਈਆਂ,
ਜਿਹੜਾ ਦਰਖਤ ਡਿੱਗ ਪੈਂਦਾ ਉਹਦੀਆਂ ਜੜ੍ਹਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਇਸ ਵਾਸਤੇ ਹੀ ਸੰਤਾਂ ਮਹਾਂਪੁਰਖਾਂ ਨੇ ਜਦ ਵੀ ਦੁਨੀਆ 'ਤੇ ਆਏ ਸਾਨੂੰ ਇਹਦੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਹਜ਼ਰਤ ਬਹੂ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਫਰਮਾਇਆ ਹੈ, ਈਮਾਨ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ ਹੋ। ਅਸੀਂ ਸਾਰੀ ਦੁਨੀਆ ਮਾਣ ਮੰਗਦੇ ਹਾਂ, ਕਦੀ ਅਸੀਂ ਮਾਲਕ ਦਾ ਪਿਆਰ ਵੀ ਮੰਗਿਆ? ਕਦੀ ਉਸ ਮਾਲਕ ਦਾ ਪਿਆਰ ਵੀ ਮੰਗਿਆ ਹੈ? ਅਸੀਂ ਸਾਰੀ ਦੁਨੀਆ ਮਾਣ ਮੰਗਦੇ ਹਾਂ। ਮਾਣ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ ਹੋ। ਮੰਗਣ ਮਾਣ ਸ਼ਰਮਾਵਨ ਇਸ਼ਕੋਂ, ਦਿਲ ਨੂੰ ਗੈਰਤ ਹੋਈ। ਅਸੀਂ ਮਾਣ ਮੰਗਦੇ ਹਾਂ, ਉਸ ਮਾਲਕ ਦੇ ਪਿਆਰ ਤੋਂ ਸ਼ਰਮਾਉਂਦੇ ਹਾਂ। ਜਿਹੜਾ ਸੱਚਾ ਇਸ਼ਕ ਹੈ, ਸੱਚਾ ਪਿਆਰ ਹੈ, ਉਸ ਤੋਂ ਅਸੀਂ ਸਾਰੇ ਜੀਵ ਸ਼ਰਮਾਉਂਦੇ ਹਾਂ। ਪਰ ਜਿਸ ਮੰਜ਼ਿਲ ਤੇ ਇਸ਼ਕ ਪਹੁੰਚਾਵੇ, ਮਾਨੇ ਖਬਰ ਨਾ ਕੋਈ ਹੋ। ਹਜ਼ਰਤ ਬਹੂ ਸਾਹਿਬ ਜੀ ਫਰਮਾਉਂਦੇ ਹੈ ਕਿ ਜਿਸ ਮੰਜ਼ਿਲ ਤੇ ਤੈਨੂੰ ਇਸ਼ਕ ਨਾਲ ਉਸ ਰੱਬ ਦੇ ਨਾਮ ਨੇ ਪਹੁੰਚਾਉਣਾ ਹੈ, ਮਾਣ ਨੂੰ ਕੋਈ ਪਤਾ ਨਹੀਂ, ਨਾ ਮਾਣ ਉੱਥੇ ਜਾ ਸਕਦਾ ਹੈ। ਪਰ ਮੇਰਾ ਇਸ਼ਕ ਸਲਾਮਤ ਰੱਖੀ ਬਾਊ, ਮੈਂ ਮਾਨੋ ਦਿਆਂ ਦੁਆਈ ਹੋ ਕਿ ਮੈਂ ਮਾਣ ਨਹੀਂ ਕਰਾਂਗਾ, ਮੇਰੇ ਇਸ਼ਕ ਨੂੰ ਸਲਾਮਤ ਰੱਖੀ, ਮੇਰੇ ਰੱਬ ਦਾ ਨਾਮ ਜਿਹੜਾ ਉਹਨੂੰ ਸਲਾਮਤ ਰੱਖੀ, ਮੈਂ ਮਾਣ ਨਹੀਂ ਕਰਾਂਗਾ। ਜਿਤਨੇ ਵੀ ਫਕੀਰ ਦੁਨੀਆ 'ਤੇ ਆਏ ਹੈ, ਉਹਨਾਂ ਸਭ ਤੋਂ ਪਹਿਲਾਂ ਬਿਮਾਰੀ ਦੀ ਅਸਲੀ ਜੜ ਜਿਹੜੀ ਹੈ ਉਸ ਨੂੰ ਫੜਿਆ ਹੈ। ਬਿਮਾਰੀ ਦੀ ਅਸਲੀ ਜੜ ਜਿਹੜੀ ਹੈ ਇਹ ਹੈ ਮਾਣ। ਔਰ ਜਿਸ ਨੇ ਵੀ ਕੀਤਾ ਉਹੀ ਬਰਬਾਦ ਹੋ ਗਿਆ। ਚਾਹੇ ਕੋਈ ਵੀ ਹੈ, ਚਾਹੇ ਗ੍ਰਸਤੀ ਹੈ, ਚਾਹੇ ਸਾਧੂ ਹੈ, ਕੋਈ ਜੋਗੀ ਜਗੀਸ਼ਰ ਹੈ, ਕੋਈ ਵੀ ਹੈਗਾ। ਕਈ ਵਾਰ ਅੱਗੇ ਵੀ ਦੱਸਿਆ, ਜਦੋਂ ਤ੍ਰੇਤਾ ਯੁੱਗ ਦੇ ਵਿੱਚ ਕਬੀਰ ਸਾਹਿਬ ਜੀ ਮਹਾਰਾਜ ਤ੍ਰੇਤਾ ਯੁੱਗ ਵਿੱਚ ਪੈਦਾ ਜਣੇ ਪ੍ਰਗਟ ਹੋਏ, ਤੋ ਰਾਵਣ ਦੀ ਔਰਤ ਨੇ ਨਾਮ ਲੈ ਲਿਆ ਉਹਨਾਂ ਪਾਸ। ਇੱਕ ਬਾਂਡੜਾ ਸੀ, ਉਸਨੇ ਨਾਮ ਲਿਆ, ਉਸਨੇ 10 ਉਸ ਨੂੰ ਪਾਈ, ਤੇ ਰਾਵਣ ਦੀ ਔਰਤ ਨੇ ਵੀ ਨਾਮ ਲੈ ਲਿਆ। ਜਦੋਂ ਦੇਖਿਆ ਕਿ ਇਹ ਮਹਾਂਪੁਰਖ ਨੇ, ਇਹ ਬੜੇ ਪ੍ਰੇਮੀ ਤੇ ਬੜੇ ਜਤ ਸਤ ਵਾਲੇ ਹੈ, ਬੜੇ ਪਹੁੰਚੇ ਹੋਏ ਹੈ, ਤੇ ਰਾਵਣ ਨੂੰ ਜਾ ਕੇ ਕਿਹਾ ਉਸਨੇ ਕਿ ਤੁਸੀਂ ਵੀ ਇਹਨਾਂ ਪਾਸੋਂ ਸਿੱਖਿਆ ਲੈ ਲਓ। ਇਹ ਮਹਾਂਪੁਰਖ ਬੜੇ ਪਹੁੰਚੇ ਹੋਏ ਹੈ, ਸ਼ਬਦ ਵਿਆਸੀ ਨੇ, ਤੁਸੀਂ ਵੀ ਇਹਨਾਂ ਪਾਸੋਂ ਨਾਮ ਲੈ ਲਓ। ਤੇ ਰਾਵਣ ਨੇ ਹੰਕਾਰ ਕੀਤਾ, ਇਤਨਾ ਮਾਣ ਕੀਤਾ ਹੈ ਰਾਵਣ ਨੇ ਕਿ ਮੈਂ ਤੇ ਇਸ ਨੂੰ ਤਲਵਾਰ ਨਾਲ ਕਤਲ ਕਰਨਾ ਹੈ, ਤੂੰ ਕਹਿਨੀ ਇਹ ਨਾਮ ਲੈ ਲਓ। 17 ਹਮਲੇ ਕਬੀਰ ਸਾਹਿਬ ਤੇ ਕੀਤੇ ਉਸਨੇ, ਔਰ ਕਬੀਰ ਸਾਹਿਬ ਦਾ ਇੱਕ ਬਾਲ ਨਹੀਂ ਕੱਟਿਆ ਗਿਆ। ਤੇ ਆਖਰ ਕਬੀਰ ਸਾਹਿਬ ਨੂੰ ਇਹ ਕਹਿਣਾ ਪਿਆ, ਜਾ ਰਾਵਣ, ਤੇਰੇ ਵਾਸਤੇ ਸ਼੍ਰੀ ਰਾਮ ਚੰਦਰ ਜੀ ਹੋਣਗੇ ਔਰ ਤੇਰੀ ਖੈਰ ਕਰਨਗੇ। ਕਹਿਣਾ ਪਿਆ ਉਹਨਾਂ ਨੂੰ ਮਜਬੂਰੀ ਕਿ ਤੇਰੇ ਵਾਸਤੇ ਵੱਡੇ ਏਡੇ ਹੰਕਾਰੀ ਵਾਸਤੇ ਸ਼੍ਰੀ ਰਾਮ ਚੰਦਰ ਜੀ ਪੈਦਾ ਹੋਣਗੇ ਔਰ ਉਹ ਤੇਰੀ ਖੈਰ ਕਰਨਗੇ। ਆਖਰ ਕੀ ਬਣਿਆ ਫਿਰ? ਰਾਵਣ ਨੂੰ ਇਤਨਾ ਮਾਣ ਸੀ ਕਿ ਲੰਕਾ ਦੇ ਆਸੇ ਪਾਸੇ ਸਮੁੰਦਰ ਸੀ, ਉਸ ਦੇ 4 ਦੀਵਾਰੀ ਸੀ। ਇਹ ਮਾਣ ਸੀ ਉਸ ਨੂੰ ਕਿ ਮੇਰੇ ਰਾਜ ਵਿੱਚ ਕੋਈ ਆ ਨਹੀਂ ਸਕਦਾ, ਕੋਈ ਸਮੁੰਦਰ ਨੂੰ ਟੱਪ ਨਹੀਂ ਸਕਦਾ, ਇਹ ਦੀਵਾਰ ਨੂੰ ਕੋਈ ਟੱਪ ਨਹੀਂ ਸਕਦਾ। ਪਰ ਉਹ ਸਮਾਂ ਆ ਗਿਆ, ਦੀਵਾਰ ਵੀ ਟੱਪੀ ਗਈ, ਸਮੁੰਦਰ ਵੀ ਟੱਪਿਆ ਗਿਆ, ਕੀ ਰਿਹਾ? ਸੋਨੇ ਦੀ ਲੰਕਾ ਵੀ ਜਲ ਗਈ। ਪਰ ਉਸ ਵਕਤ ਵੀ ਅਸੀਂ ਦੇਖਣਾ ਹੈ ਕਿ ਰਾਵਣ ਦੇ ਮਰਨ ਦਾ ਤਰੀਕਾ ਕੀ ਸੀ, ਕਿਉਂ ਮਰਿਆ? ਕਿਉਂਕਿ ਕਾਲ ਉਸਨੇ ਆਪਣੇ ਪਾਵੇ ਨਾਲ ਬੱਧਾ ਸੀ, ਮੌਤ ਉਹਦੇ ਹੱਥ ਵਿੱਚ ਸੀ।
ਉਹ ਮਰਦਾ ਨਹੀਂ ਸੀ ਹੈਗਾ। ਤੇ ਕਿਸੇ ਨੇ ਉਹਦਾ ਭੇਤ ਦਿੱਤਾ, ਘਰ ਦੇ ਭੇਤ ਤੇ ਟੈਂਸਰ ਮਾਰਿਆ, ਭਰਾ ਨੇ ਭੇਤ ਦਿੱਤਾ। ਤੇ ਇਹ ਵੀ ਅਸੀਂ ਸੋਚਣਾ ਕਿ ਭਰਾ ਨੇ ਭਰਾ ਨੂੰ ਮਰਾਉਣ ਵਾਸਤੇ ਕਿਉਂ ਭੇਤ ਦਿੱਤਾ। ਜਿਨ੍ਹਾਂ ਜ਼ਮਾਨਿਆਂ ਨੂੰ ਅਸੀਂ ਕਹਿੰਦੇ ਜੀ ਜ਼ਮਾਨੇ ਬੜੇ ਅੱਛੇ ਸੀ, ਬੜੇ ਇਮਾਨਦਾਰ ਸਨ, ਬੜੇ ਇਨਸਾਫੀ ਸਨ, ਉਹਨਾਂ ਦੇ ਇਤਿਹਾਸ ਪੜ੍ਹੇ ਜਾਣ ਅੱਜ ਤੇ ਫਿਰ ਪਤਾ ਲੱਗਦਾ ਹੈ ਕਿ ਕਿਤਨੇ ਕੁ ਇਨਸਾਫ ਕੀਤੇ ਉਹਨਾਂ ਨੇ, ਕਿਤਨੇ ਕੁ ਇਮਾਨਦਾਰ ਸਨ। ਭਰਾ ਇੱਕ ਕੱਚੀ ਕੁੱਲੀ ਵਿੱਚ ਰਹਿੰਦਾ ਸੀ ਤੇ ਰਾਵਣ ਸੋਨੇ ਦੇ ਮਹੱਲਾਂ ਵਿੱਚ ਰਹਿੰਦਾ ਸੀ। ਇੱਕ ਭਰਾ ਕੱਚੇ ਮਕਾਨਾਂ 'ਚ ਕੁੱਲੀਆਂ 'ਚ ਰਵੇ, ਮਿੱਟੀ ਦੇ ਮਕਾਨ ਵਿੱਚ, ਤੇ ਭਰਾ ਸੋਨੇ ਦੇ ਮਕਾਨਾਂ 'ਚ ਰਵੇ, ਤੇ ਕੀ ਇਹ ਇਨਸਾਫ ਹੈ? ਫਿਰ ਉਸੇ ਨੇ ਕਿਹਾ ਸੀ ਕਿ ਇਹਨੇ ਨਹੀਂ ਮਰਨਾ, ਇਹਦੀ ਨਾਭੀ 'ਚ ਤੀਰ ਮਾਰੋ, ਸਿਰਸ ਲਾ ਕੇ ਤਾਂ ਰਾਵਣ ਮਰੇਗਾ, ਨਹੀਂ ਤਾਂ ਨਹੀਂ ਮਰਦਾ। ਫਿਰ ਰਾਵਣ ਮਰਿਆ ਸੀ। ਮਾਣ ਕੀਤਾ। ਅਸੀਂ ਇਸ ਚੀਜ਼ ਨੂੰ ਸੋਚਣਾ ਹੈ ਕਿ ਜਿਸ ਚੀਜ਼ ਵਾਸਤੇ ਸੰਤ ਸਾਨੂੰ ਸਮਝਾਉਂਦੇ ਹੈ ਕਿ ਅਸੀਂ ਇਸ ਚੀਜ਼ 'ਤੇ ਕਾਬੂ ਕਰਨਾ ਹੈ, ਆਸਤੇ 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 ਸਹਿਜੇ ਸਹਿਜੇ ਸਾਡੇ ਵਿੱਚੋਂ ਇਹ ਚੀਜ਼ ਨਿਕਲਣਾ ਸ਼ੁਰੂ ਹੋ ਜਾਏ ਕਿ ਅਸੀਂ ਮਾਣ ਕਰੀਏ ਤੇ ਇੱਕ ਉਸ ਮਾਲਕ ਦਾ ਕਰੀਏ ਜਿਸ ਤਰ੍ਹਾਂ ਬਾਣੀ 'ਚ ਫਰਮਾਇਆ ਹੈ, ਤੇਰੇ ਉੱਤੇ ਬਹੁ ਮਾਨੀਆ ਹੈ ਪ੍ਰਭੂ, ਹੈ ਮੇਰੇ ਮਾਲਕ, ਮੈਨੂੰ ਤੇਰੇ 'ਤੇ ਮਾਣ ਹੈ, ਮੈਨੂੰ ਹੋਰ ਕਿਸੇ 'ਤੇ ਮਾਣ ਨਹੀਂ। ਅਸੀਂ ਮਾਣ ਕਰੀਏ ਤਾਂ ਉਸ ਮਾਲਕ 'ਤੇ ਮਾਣ ਕਰੀਏ। ਜਿਹੜੇ ਨਾ ਮਾਣ ਚੀਜ਼ਾਂ 'ਤੇ ਅਸੀਂ ਮਾਣ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਪਾਸ ਰਹਿਣਾ ਹੀ ਨਹੀਂ, ਨਾ ਕਿਸੇ ਪਾਸ ਰਹੀਆਂ ਨੇ। ਬੜੇ ਬੜੇ ਦੁਨੀਆ 'ਤੇ ਰਾਜੇ ਮਹਾਰਾਜੇ ਹੋ ਗਏ, ਬੜੇ ਬੜੇ ਅਵਤਾਰ ਦੁਨੀਆ 'ਤੇ ਹੋਏ ਹੈ, ਲੇਕਿਨ ਕੋਈ ਦੇ ਆਏਗਾ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਐ ਮਨ, ਤੂੰ ਮਾਣ ਕਿਸ ਚੀਜ਼ ਦਾ ਕਰਦਾ ਹੈ? ਤੂੰ ਪਿੱਛੇ ਧਿਆਨ ਮਾਰ, ਤੇਰੇ ਤੋਂ ਪਿੱਛੇ ਕਈ ਲੋਕ ਆਏ, ਕਈ ਗਏ, बड़े बड़े दुनिया ते आए है और दुनिया तो चला गया। इस मान ने ही खराब किया सारिਆਂ ਨੂੰ। मन ने बर्बादियां कीतियां ने हर एक दियां। बड़े बड़े जोधे बड़े बड़े हंकारी होए है, लेकिन मान जदों आया ख़त्म हो गए। हजूर दे वक़्त एक राजिਆਂ ਦੀ लड़ाई लगी सी। अखबार 12 के बजे अखबार पढ़ते सी ते एक राजे ने कहा पातशाह ने कि हे खुदा, तू ना मेरी मदद कर ना ओदी मदद कर। अखबार ते लिखिया सी, हे खुदा तू ना ओदी मदद कर ना मेरी मदद कर, मेरा तमाशा देख मैं की करदा। तो उस वेले हजूर 12 बजे का टाइम सी, कुर्सी ते बैठे सन, बाहर दर्शन दे रहे सी संगत नूं, ते कहन लगे बस हुण इह गया जे, हुण इह खुदा नूं भी नहीं मनदा। हे खुदा तू ना मेरी मदद कर ना ओदी मदद कर, ते मेरा तमाशा देख मैं की करदा। 2-4 दिन दे विच ही वो ख़त्म हो गया, अखबारां 'च आ गया कि हार गया। हजूर कहन लगे हुण गया जे हंकारिया सो मारिया। जिसने भी हंकार किया वो मारिया गया, चाहे कोई राजा महाराजा है, चाहे कोई गृहस्थी है, चाहे साधु है, चाहे जोगी है, जगीश्वर है, कोई भी है। हाँ जी। मन रे क्यों गुमान अब करना, तन तो तेरा खाक मिलेगा, 84 जा पढ़ना। गुरु साहब जी बड़े प्यार दे नाल फरमा रहे है, ये शरीर जेड़ा तेरा, जे तू एदा भी मान करदा है तो ये भी गलत है। ये कुछ भी नहीं, मिट्टी है।
ये शरीर तेरा एक दिन मिट्टी च मिल जाना है और तेरी रूह आत्मा जिहड़ी है वो 84 चला जानी। तू किस चीज़ का मान करदा है? ना ये शरीर किसी नाल गया, ना किसी नाल इन्हें जाना है। इत्थों बनया, इत्थे ही इसने खत्म होना है। इसे मिट्टी नाल पैदा होया, मिट्टी च ही इन्हें रल जाना है। इसे वास्ते किसी लोहार ने कहा, लोहार नूं लकड़ी ने कहा, हे लोहार तू जला के मेरे कोले बनाउंदा है, पर जेड़ा मेरा टाइम जदों आउणा है ना, मैं भी तेरे कोले बना देने हैं। तू मैनू जला के मेरे कोले बना देना है, पर जदों मेरा टाइम आया मैं भी तेरे कोले बना देंगा। भांडे करन वाले म्यार नूं कहा कि मिट्टी ने कहा कि तू मैनू बड़ा मारदा है, बड़ा गाउंदा है, पर जदों मेरा टाइम आया मैं भी तैनू अपने नाल ही मेल लेना हैगा, तेरी मिट्टी बना देनी है। तू भी ना सोचिया कि मैं कायम रहना हैगा। हर चीज़ जिहड़ी है असीं किस चीज़ का मान करना है। हजूर कई बार फरमाउंदे हुंदे सी कि शरीर जिहड़ा है असीं अच्छे खाने खुआए, अच्छे अच्छे इसनूं सब कुछ दिता, पालिया, चंगे कपड़े पवाए, पाट गए, खाना खाता मैला बन गया। जिस चीज़ का सानू फर्क पैना सी वो नहीं पिया। ਇਹਦੇ पालन पोषण ਦੇ ਵਿੱਚ ਸਾਨੂੰ ਸਾਡੇ ਮਨ ਨੂੰ ਤਾਕਤ ਮਿਲਦੀ ਰਹੀ। जिस चीज़ ਨੂੰ ਅਸੀਂ ਸਾਹਮਣਾ ਸੀ, जिस चीज़ ਦਾ फर्क ਪੈਣਾ ਸੀ ਉਹਦਾ नहीं ਪਿਆ। ਕੀ ਸਾਡੇ ਵਿੱਚ ਕੋਈ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦਾ फर्क ਪਿਆ? कपड़ा पाया चंगा पा लिया, माड़ा पा लिया, पाट गया, खत्म हो गया। खाना चंगा खा लिया, किसी ने सुक्की खा ली, किसी ने गिली खा ली, मैला बन गया। और कई काम, कई खुराकां खादियां, की बनया? जिस चीज़ नूं असी पाबंद करना सी, जिहदे विच फर्क पाना सी, जिहड़ी खुराक खा के ਉਹਦੇ 'ਚ कोई फर्क नहीं पिया। उस वास्ते फरीक जिहड़ी खुराक फकीर खांदे है, वो खांदे है शब्द की कमाई, शब्द की लज्जत लैंदे है। उन्हां दी खुराक है शब्द। वो शब्द का रस लैंदे है, स्वाद लैंदे है। ਉਹਦੇ नाल साडे ये दुश्मन जिहड़े अंदर ने, इन्हां 'च फर्क पएगा। बिख्या से अमृत पिया, जब राम नाम लिव लगी। जदों राम नाम दे नाल लिव लगी साडी, उस मालक वाल साडा ध्यान होया ते साडे अंदर जिहड़ी बिख्या सी बदल गई, अमृत बन गया। जिस तरह मिसाल के तौर कोई पैड़ा बंदा है, वो अच्छे बंदे की संगत करता है तो आस्ते आस्ते उहदियां आदतां जिहड़ियां ने वो बदलदियां जांदियां ने, तो एक दिन वो बहुत अच्छा बन जाता है और उसे दी तारीफ होना शुरू हो जाती है। इस वास्ते जिस चीज़ का असी, जिस चीज़ नूं असी अपने पाबंद करना, वो साड़ी चीज़ वधदी गई। साडे अंदर मान तरान वधदा गया, काम, क्रोध, मोह, लोभ, हंकार वधदे गए, जिन्हां ते असी काबू पाना सी। उन्हां ते काबू असी तद ही पा सकते हैं जे नाम जपीए, ईश्वर की भगती करिए। आस्ते 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 सहजे सहज पक्के सो मिठा, सहजे सहजे वो ताकत जिहड़ी है अंदर बनती जाती है और जिहड़ी दूसरी ताकत है वो घटती जाती है। हाँ जी। तन तेरा खाक मिलेगा, 84 जा पढ़ना। भावें कोई राजा है, कोई शाहूकार है, अरबापति है, जेड़ा जेल विच चला गया, 84 च चला गया, वो चला गया। उत्थे लिहाज तो किसी का नहीं होना भी।
ਭਾਵੇਂ ਕੋਈ ਪਾਤਸ਼ਾਹ ਹੈ, ਕੋਈ ਸ਼ਾਹੂਕਾਰ ਹੈ, ਕੋਈ ਜੋਗੀ ਜਗੀਸ਼ਰ ਹੈ, ਕਰਮ ਕੀਤਾ ਹੈ, ਜਦੋਂ ਉਹ 84 ਜੇਲ੍ਹ ਖਾਨੇ 'ਚ ਚਲਾ ਗਿਆ ਤਾਂ ਚਲਾ ਗਿਆ, ਸਜ਼ਾ ਤੇ ਉਹਨੂੰ ਮਿਲਣੀ ਹੈ। ਉਹ ਕੀ ਕਹੇਗਾ ਕਿ ਮੈਂ ਰਾਜਾ ਸੀ? ਰਾਜਾ ਹੋਏਗਾ ਤੇ ਉੱਥੇ ਹੋਏਗਾ, ਇੱਥੇ ਥੋੜ੍ਹਾ ਰਾਜਾ। ਇੱਥੇ ਕਰਮਾਂ ਤੇ ਹੋਣ ਨਵੇੜੇ, ਯਾਦ ਕਿਸੇ ਪੁੱਛਣੀ ਨਹੀਂ ਹੈ। ਪੁਰਸ਼ ਤੇਰੇ ਕਰਮਾਂ ਤੇ ਨਵੇੜੇ ਹੋਣੇ ਹੈ, ਇਹ ਯਾਦ ਨਹੀਂ ਕਿਸੇ ਪੁੱਛਣੀ ਵੀ ਤੂੰ ਕੌਣ ਹੈ ਤੇ ਕੌਣ ਨਹੀਂ ਹੈਗਾ। ਨਾ ਪਰਮਾਤਮਾ ਨੇ ਕਿਸੇ ਦੀ ਯਾਦ ਬਣਾਈ ਹੈ। ਉਸਨੇ ਇੱਕ ਬੰਦਾ ਪੈਦਾ ਕੀਤਾ ਹੈ, ਦੁਨੀਆ 'ਚ ਇੱਕ ਬੰਦਾ ਭੇਜਿਆ ਹੈ, ਕੋਈ ਮੋਹਰ ਨਹੀਂ ਲਾਈ ਕਿਸੇ ਨੂੰ, ਕੋਈ ਨੰਬਰ ਨਹੀਂ ਕਿਸੇ ਦਾ ਕਿ ਤੂੰ ਕੌਣ ਹੈਗਾ। ਇਸ ਵਾਸਤੇ ਸੰਤਾਂ ਦੀ ਬਾਣੀ ਜਿਹੜੀ ਉਹ ਸਾਂਝੀ ਹੈ, ਸਾਰਿਆਂ ਦਾ ਹੀ ਸੰਤ ਪਿਆਰ ਕਰਦੇ ਆ ਸਾਰਿਆਂ ਦੇ ਨਾਲ, ਚਾਹੇ ਕੋਈ ਆਪਣੇ ਆਪ 'ਚ ਹਿੰਦੂ ਮੁਸਲਮਾਨ ਚਾਹੇ ਗਰੀਬ ਅਮੀਰ, ਕੋਈ ਵੀ ਕੌਮ ਮਜ਼ਹਬ ਹੈ, ਤੋ ਸੰਤ ਉਹਨਾਂ ਨਾਲ ਸਾਰਿਆਂ ਨਾਲ ਇੱਕ ਬੰਦਾ ਸਮਝ ਕੇ, ਈਸ਼ਵਰ ਦੀ ਤਾਕਤ ਸਮਝ ਕੇ ਉਹ ਪਿਆਰ ਕਰਦੇ ਆ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, कबीर खड़ा बाजार में सबकी मांगे खैर, ना काहे से दोस्ती ना काहे से बैर। हाल ही कबीर साहब नूं सिकंदर लोधी दे वक़्त गंगा च रोड़िया बन के, देगां च बालिया, हाथी दे अगे सुटिया बन के, एक चिखा दे विच जलाया गया। इन्ने दुख दिते, परमात्मा ने उन्हां दी सहायता कीती। उन्हें फिर भी नहीं उसनों किया कुछ भी, फिर भी किया कि असी सारियां दी खैर मंगते हैं, सारियां दा असी भला मंगते हैं। कुड़िए तू इदां न कर, तू उत्थे खड़ी उधर चले, तुरदी फिरदी रहा कर, खड़ोना नहीं तो किसी को कुछ नहीं कहना, रहन दो जिथे जिथे कोई है, तुरदे फिरदे रहो, एक जगह खड़ोना नहीं। किसी को कुछ नहीं किया उन्होंने, उन्हें सारियां दा भला मंगया कि चाहे कोई गरीब है चाहे अमीर है, असी सारियां दी खैर मंगते हैं। हाँ जी। दीन गरीबी चित में तारना, काम क्रोध से बचना। स्वामी जी सानू बड़े प्यार दे नाल समझा रहे है, ਜਿਹੜੀਆਂ ਤਾਕਤਾਂ ਸਾਡੇ ਅੰਦਰ ਨੇ ਉਹਦੇ ਬਾਰੇ ਸਮਝਾ ਰਹੇ ਹੈ ਕਿ ਤੂੰ ਦੀਨਤਾ ਔਰ ਗਰੀਬੀ ਵਿੱਚ ਰਹਿਣਾ। ਕਿਸੇ ਨੇ ਆਪਣੀ ਮਾਂ ਨੂੰ ਕਿਹਾ, ਕਿਸੇ ਲੜਕੇ ਨੇ, ਮਾਤਾ ਜਦੋਂ ਮੈਂ ਗਰੀਬਾਂ ਦੇ ਮਹੱਲੇ ਜਾਣਾ ਮੇਰੇ 'ਚ ਕ੍ਰੋਧ ਬਲ ਬਲ ਕੇ ਨਿਕਲਦਾ। ਤੇ ਪੁੱਛਿਆ ਉਹਨੇ, ਜਦੋਂ ਸ਼ਰੀਕਾਂ ਦੇ ਜਾਣਾ ਉਦੋਂ ਨਹੀਂ ਪਤਾ ਲੱਗਦਾ ਕਿੱਧਰ ਜਾਂਦਾ, ਅੱਗੇ ਜੁੱਤੀ ਖੜਕਦੀ ਹੈ ਨਾ। ਇਸ ਵਾਸਤੇ ਸੰਤ ਕਹਿੰਦੇ ਹੈ ਕਿ ਤੂੰ ਦੀਨਤਾ ਔਰ ਗਰੀਬੀ ਧਾਰ ਆਪਣੇ ਅੰਦਰ, ਤੂੰ ਆਪਣੇ ਤੋਂ ਸਾਰਿਆਂ ਨੂੰ ਬੜਾ ਸਮਝ, ਤਦ ਇਹ ਤੇਰੇ ਦੁਸ਼ਮਣ ਤੇਰੇ ਕਾਬੂ ਆਉਣਗੇ। ਆਪਣੇ ਤੂੰ ਸਭ ਤੋਂ ਬੜੇ ਸਮਝ ਤੋਂ ਦੀਨ ਗਰੀਬੀ ਧਾਰ। जब तू अपने आप को गरीब समझेगा, माड़ा समझेगा, फिर तू किसी पर हमला नहीं करेगा। हमला उस वक्त बंदा करता है दूसरे ते जदों अपने आप को तगड़ा समझता है और दूसरे को कमज़ोर समझता है। पर संत की कहते हैं कि तू दीनता विच रहो, गरीबी विच रहो। और बड़े बड़े फकीर दुनिया ते जड़े आए है, जिन्होंने असी रब रूप समझते हैं, गुरु नानक देव जी महाराज ने भी बाणी च फरमाया है, नानक गरीब टै पिया दवारे, हर मेल लियो वड्याई। चौथी पातशाही गुरु साहब ने कहा, दासां दे दास है मेरे मालिक, मैनू दासां दे दास बना। उन्हें मान नहीं किया, किसी भी फकीर ने मान नहीं किया। कोई भी दुनिया ते आया जड़ा शब्द भी हासी महापुरख है, वो नहीं करेगा मान। हाँ, जेड़े रिद्धियां सिद्धियां वाले है वो मान करते। रिद्धियां सिद्धियां जिन्हें हासिल कर लियां वो मान करते हैं, किसी को कुछ कर देना, किसी को कुछ कर देना,
ਪਰ ਆਖਰ ਸਮਾਂ ਉਹਨਾਂ ਦਾ ਬਹੁਤ ਭੈੜਾ ਆਉਂਦਾ ਹੈ, ਆਖਰ ਉਹਨਾਂ ਨੂੰ ਭੁਗਤਣਾ ਪੈਂਦਾ ਹੋ। ਹਾਂਜੀ। दीन गरीबी चित में तारना, काम क्रोध से बचना। ਇਹਨਾਂ ਸ਼ਕਤੀਆਂ ਤੋਂ ਬਚਣ ਵਾਸਤੇ ਦੀਨਤਾ ਔਰ ਗਰੀਬੀ ਦੀ ਜ਼ਰੂਰਤ ਹੈ, ਤਦ ਹੀ ਜੀਵ ਬਚ ਸਕਦਾ ਹੈ, ਨਹੀਂ ਤਾਂ ਨਹੀਂ ਬਚ ਸਕਦਾ। ਔਰ ਜਿਨ੍ਹਾਂ ਦੇ ਵਿੱਚ ਇਹ ਤਾਕਤਾਂ ਆ ਜਾਂਦੀਆਂ, ਉਹ ਦੇਖੋ ਕੋਈ ਬਚਦਾ ਹੈ। ਲੜਾਈਆਂ ਝਗੜੇ ਹਰ ਇੱਕ ਦੇ ਇੱਕ ਦੂਸਰੇ ਨੂੰ ਮਾਰ ਕੁੱਟ ਹੋ ਰਹੀ ਹੈ, ਕਤਲੇਆਮ ਹੋ ਰਿਹਾ ਹੈ। ਕੀ ਹੋ ਰਿਹਾ ਹੈਗਾ? ਜੇ ਆਪਣੇ ਆਪ ਨੂੰ ਹੀ ਕਮਜ਼ੋਰ ਸਮਝੇ, ਮਾੜਾ ਸਮਝੇ, ਤੇ ਦੂਸਰੇ 'ਤੇ ਹਮਲਾ ਨਾ ਕਰੇ। ਕੀ ਦੁਨੀਆ ਦੇ ਵਿੱਚ ਹੋ ਰਿਹਾ? ਕੋਈ ਸ਼ਾਂਤੀ ਹੈ? ਪਿਛਲੇ ਯੁੱਗਾਂ ਦੇ ਤੁਸੀਂ ਇਤਿਹਾਸ ਪੜ੍ਹੋ, ਕੀ ਕੋਈ ਸ਼ਾਂਤੀ ਹੈ? ਜਦੋਂ ਜਰਾਸੰਧ ਪੈਦਾ ਹੋਇਆ, ਜਰਾਸੰਧ ਦੇ ਨਾਲ ਉਹ ਵੀ ਇੱਕ ਰਾਜਾ ਸੀ, ਉਹਦੇ 'ਚ ਵੀ ਬੜੀ ਤਾਕਤ, ਉਹਦੇ ਦੋ ਦੇਹ ਜਿਹੜੇ ਸੀ ਜੁੜੇ ਸਨ। ਉਹ ਕਿਸੇ ਕੋਲੋਂ ਮਰਦਾ ਨਹੀਂ ਸੀ, ਉਹ ਕਿਸੇ ਕੋਲੋਂ ਨਹੀਂ ਸੀ ਮਰਦਾ। ਤੇ ਪਾਂਡਵਾਂ ਦੇ ਭੀਮ ਸੈਨ ਜਿਹੜਾ ਸੀ ਇਹਨਾਂ ਵਿੱਚ ਬਲ ਵਾਲਾ ਸੀ। ਕ੍ਰਿਸ਼ਨ ਭਗਵਾਨ ਨੇ ਉਹਨੂੰ ਮਾਰਨ ਵਾਸਤੇ ਜਰਾਸੰਧ ਨੂੰ, ਭੀਮ ਸੈਨ ਨੂੰ ਉਹਦੇ ਨਾਲ ਘੁਲਣ ਡਾ ਦਿੱਤਾ। ਪਰ ਜਰਾਸੰਧ ਜਿਹੜਾ ਉਹ ਤਕੜਾ ਸੀ, ਮਰਦਾ ਨਹੀਂ ਸੀ। ਉੱਥੇ ਉਹ ਲਿਖਦਾ ਹੈ ਕਿ ਕ੍ਰਿਸ਼ਨ ਬਜਾਏ ਢੋਲਕੀ ਬਹੁਤ ਸੱਜੇ ਖੱਬੇ, ਜਰਾਸੰਧ ਤੇ ਭੀਮ ਸੈਨ ਦੋਏ ਘੁਲਣੇ ਲੱਗੇ। ਉਹ ਮਿਲ ਮਿਲ ਗੋਡੇ ਮਾਰਦਾ, ਕਸਰਾਂ ਸਾਰੀਆਂ ਕੱਢੇ, ਅੱਗੋਂ ਭੀਮ ਨੱਸਿਆ ਕੋ ਜਾਂਦਾ 90। ਲਿਖਣ ਵਾਲਾ ਲਿਖਦਾ ਹੈ ਕਿ ਅੱਗੋਂ ਭੀਮ ਨੱਸਿਆ ਉਹਦੇ ਕੋਲੋਂ, ਤੇ 90 ਕੋਲੋਂ ਚਲਾ ਗਿਆ ਦੌੜਦਾ, ਡਰਦਾ ਹੀ ਚਲਾ ਗਿਆ। ਉੱਥੇ ਅੱਗੇ ਕ੍ਰਿਸ਼ਨ ਨੇ ਲੱਤ ਅੜਾ ਦਿੱਤੀ, ਤੂੰ ਕਿੱਥੇ ਜਾ ਰਿਹਾ ਹੈ? ਤੂੰ ਤੇ ਨੱਸਿਆ ਭੀਮਿਆ, ਲਾਜ ਪੰਜਾਂ ਨੂੰ ਲੱਗੇ। ਕਹਿੰਦਾ ਤੂੰ ਤੇ ਨੱਸ ਜਾਏਗਾ, ਤੇ ਪੰਜਾਂ ਪਾਂਡਵਾਂ ਤੈਨੂੰ ਲਾਜ ਲੱਗਣੀ ਹੈ, ਚੱਲ ਵਾਪਸ ਕੋਲ ਚਲੀਏ। ਕਹਿੰਦਾ ਉਹਨੇ ਮੈਨੂੰ ਮਾਰ ਦੇਣਾ। ਕਹਿੰਦਾ ਮੈਂ ਤੇਰੀ ਮਦਦ ਕਰਾਂਗਾ। ਕਹਿੰਦਾ ਤੁਸੀਂ ਮਦਦ ਨਹੀਂ ਕਰਨੀ, ਉਹਨੇ ਮੈਨੂੰ ਮਾਰਨਾ। ਜਾ ਮੈਂ ਤੇਰੀ ਮਦਦ ਕਰਾਂਗਾ। ਕਿਸ ਤਰ੍ਹਾਂ? ਕਹਿੰਦਾ ਮੈਂ ਦਾਤਨ ਕਰਾਂਗਾ, ਜਦੋਂ ਮੈਂ ਦਾਤਨ ਚੀਰਾਂਗਾ। ਇਹ ਹੁਣ ਇਤਿਹਾਸ ਹੈ, ਜਿਹੜੇ ਲੋਕ ਦਾਤਨ ਕਰਦੇ ਆ, ਦਾਤਨ ਕਰਕੇ ਇੱਦਾਂ ਚੀਰ ਦਿੰਦੇ ਆ ਕਿ ਦਰਖਤ ਦੀ ਦਾਤਨ, ਇਹ ਉਸ ਵਕਤ ਦੀ ਬਣੀ ਹੈ। ਇੱਕ ਲੱਤ ਪੈਰ 'ਤੇ ਰੱਖੀਏ, ਦੂਸਰਾ ਫੜ ਕੇ ਉਹਨੂੰ ਖਿੱਚ ਲਈਏ, ਦਫਾੜ ਕਰ ਦੇਈਏ। ਉਹਦੇ ਦੋ ਦੇਹ ਹੈ, ਉਹ ਮਰਦਾ ਨਹੀਂ ਹੈ। ਇਸੇ ਤਰ੍ਹਾਂ ਫਿਰ ਉਹਨੂੰ ਕੋਲ ਡਾ ਦਿੱਤਾ। ਫਿਰ ਉਸਨੇ ਇੱਦਾਂ ਦਾਤਨ ਚੀਰੀ, ਤੇ ਭੀਮ ਸੈਨ ਨੇ ਇੱਕ ਪੈਰ ਰੱਖਿਆ, ਇੱਕ ਲੱਤ, ਤੇ ਦੂਜੀ ਖਿੱਚ ਲਈ, ਦਫਾੜ ਹੋ ਗਿਆ। ਇਸ ਤਰੀਕੇ ਨਾਲ ਹਰ ਯੁੱਗ ਦੇ ਵਿੱਚ ਕੋਈ ਵੀ ਕੋਈ ਸ਼ਕਤੀ ਆਈ ਹੈ ਤਾਂ ਦੂਸਰਾ ਉਹਦੇ ਮਾਰਨ ਵਾਸਤੇ ਤਿਆਰ ਹੋਇਆ। ਭਜਨ ਬੰਦਗੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸ਼ਾਂਤੀ ਰਹੀ ਨਹੀਂ, ਸ਼ਾਂਤੀ ਲੈਣੀ ਕਿੱਥੋਂ? ਜਿੱਥੇ ਮਾਰੋ ਮਾਰ ਰਹੀ, ਇੱਕ ਦੂਸਰੇ ਨੂੰ ਖਿੱਚੋ ਧੂਈ ਰਹੀ, ਉੱਥੇ ਸ਼ਾਂਤੀ ਕਿੱਥੋਂ ਆ ਗਈ? ਇਹ ਸ਼ਬਦ ਵਿਆਸੀ ਮਹਾਂਪੁਰਖ ਜਿਹੜੇ ਹੈ, ਜਿਨ੍ਹਾਂ ਨਾਮ ਦੀ ਕਮਾਈ ਕੀਤੀ ਹੈ, ਉਹੀ ਸਾਨੂੰ ਸ਼ਾਂਤੀ ਵਾਸਤੇ ਦੱਸਣਗੇ, ਭਾਈ ਇਹਨਾਂ ਚੀਜ਼ਾਂ 'ਤੇ ਕੰਟਰੋਲ ਕਰੋ ਔਰ ਸ਼ਾਂਤੀ ਰੱਖੋ, ਸੁਖ ਲਓ। ਸੁਖ ਸ਼ਾਂਤੀ ਵਿੱਚ ਹੈ, ਪਿਆਰ ਵਿੱਚ ਹੈ। ਹਾਂਜੀ। प्रीत पर प्रीत गुरु की कारना, नाम रसायन काट में जारना। स्वामी जी महाराज सानू पूरी तसल्ली दे रहे हैं। प्रीत प्रतीत गुरु की करना। ਪ੍ਰੀਤ ਤੇ ਕਰਨਾ ਕੋਈ ਬੜੀ ਗੱਲ ਨਹੀਂ। ਪ੍ਰੀਤ ਤੋਂ ਅਸੀਂ ਰਾਹੀ ਚਲਦਿਆਂ ਨਾਲ ਵੀ ਕਰਦੇ ਹਾਂ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਪ੍ਰਤੀਤ ਕਰਨਾ ਬਹੁਤ ਮੁਸ਼ਕਲ ਹੈ।
जे एक बार प्रतीत कर जाए, विश्वास कर जाए मुर्शद ते फिर ये कुछ कर ही नहीं सकता। फिर तो जिਉਂਦਾ मरिया समझो, इनू कहते मरना। जदों दुख आए, सुख आए, गरीबी आए, अमीरी आए, जदों एक बार विश्वास कर लिया फिर ये जाएगा किधर। प्रीत प्रतीत गुरु की करना, गुरु साहब जी फरमा रहे हैं, अगर तू प्रीति भी करेगा, प्रतीत भी करेगा, फिर तेनों कुछ मिलेगा। प्रीति भी कर और प्रतीत भी कर। प्रतीत करनी है, असी विश्वास करना है। हजूर कई बार फरमाते होंदे सी, विश्वास तो असी मामूली गल्लां ते कर जाने हैं कि टांगे उत्ते असी चढ़ते हैं, 4-8 आने उहदा किराया कीता हुंदा है। सानू ये विश्वास होंदा है कि सानू साड़ी मंजिले मकसूद ते पहुँचा देगा। पर कई बार ऐसा होंदा है उहदा रस्ते 'च तंग टुट जांदा, घोड़ा खड़ा हो जाता, पर उसकी ड्यूटी है टांगे वाले दी, वो अपने सिर तो पगड़ी ला के वट चाड़ के उन्होंने पा के ते फिर टांगे नूं अपनी मंजिले मकसूद ते पहुँचा देगा। 4 ने किराया लेना, 5-7 रुपए की पग पा के वो सानू जरूर कसर खा के ते सानू साड़ी मंजिल ते पहुँचाएगा। लेकिन ये सतगुर ते प्रतीत नहीं करता। टांगे वाले ते प्रतीत कर जाने असी, लेकिन ये सतगुर ते प्रतीत नहीं करता। स्वामी जी महाराज फरमाउंदे है, असी तैनू राह भी दसांगे, तैनू रुका भी देंगे, तेरा साथ भी करांगे, लेकिन सानू परवाह नहीं, असी समझते ही नहीं है जी। हाँ जी। प्रीत प्रतीत गुरु की कारना, नाम रसायन काट में जरना, मन मलीन के कहे ना चलना, गुर का बचन ही ये बेच रखना। गुरु साहब जी बड़े प्यार दे नाल फरमा रहे है कि मन साडा मलीन है, ਇਹਦੇ के नहीं लगना। सतगुर दा बचन जिहड़ा है वो अपने हिरदे विच रखो। मन ने सानू अपनी सलाह देनी है। मन ने कभी भी किसी नू अच्छी सलाह नहीं दी। कोई भी अज तक दुनिया दे विच तुसी नज़र मारो, जिसने मन की सलाह लई है, क्या दुनिया च नशर नहीं होया? की खटिया उसने? कोई, चाहे कोई राजा महाराजा, कोई शौककार है, कोई जोगी जिगीश्वर है, कोई तपस्वी है, जिसने मन की सलाह लई है, कि वो दुनिया च नशर नहीं होया। 88,000 वर्ष तपस्या की ऋषि ने, ते मन की सलाह लई 1 मिनटां दे विच खत्म हो गया, सब कुछ बर्बाद हो गया। इस वास्ते गुरु साहब जी फरमाउंदे है कि भाई इहदी सलाह नहीं लैनी, तुसीं सतगुर की सलाह लाओ, सतगुर का ध्यान रखो, तुहानूं सतगुर ने की दस्सिया है ते की तुहानूं उपदेश दिता है। जे अगर मन तुहानूं कोई सलाह दिंदा भी है तो तुसीं फौरन उस पासे ध्यान लिओ कि सतगुर ने सानूं की किया है। कई बार अगे भी दस्सिया है, एक लफज भी बाणी का साढ़े अंदर बैठ जाए तो वक्त पर सानू उहदा फायदा होएगा। कई बार चोर की साखी सुनाई, एक चोर मरन लगा, उहदे पुत ने कहा कि पिता जी मैं तुहाडे बाद की करना है? बेटा तुम भी यही काम करना है, पर एक तो मेरी गल याद रखना, एक तो चोरी करके मनना नहीं, भावें जान भी चला जाए। एक किसी संतां महापुरखां की बाणी सुननी नहीं।
ਜੇ ਬਾਈ ਚਾਂਸ ਐਸਾ ਟਾਈਮ ਲੱਗ ਜਾਏ ਤੇ ਕੰਨਾਂ 'ਚ ਉਂਗਲਾਂ ਦੇ ਲਓ, ਅੰਦਰ ਨਹੀਂ ਲਫ਼ਜ਼ ਜਾਣਾ ਚਾਹੀਦਾ। ਚੋਰ ਜਵਾਨ ਹੋਇਆ, ਕਿਧਰੇ ਚੋਰੀ ਕੀਤੀ, ਬਾਹਰ ਪੈ ਗਈ, ਪਿੱਛੇ ਨੱਸਦਾ ਭੱਜਦਾ ਇੱਕ ਗਲੀ ਵਿੱਚ ਵੜਿਆ। ਅੱਗੇ ਇੱਕ ਚੌਂਕ ਸੀ, ਉੱਥੇ ਕਥਾ ਹੋ ਰਹੀ ਸੀ। ਇਹ ਪ੍ਰਸੰਗ ਆਇਆ ਕਥਾ ਵਿੱਚ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ, ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਕੰਨਾਂ 'ਚ ਉਸਨੇ ਉਂਗਲਾਂ ਦਿੱਤੀਆਂ ਨੇ, ਪਰ ਪੈਰ ਨੂੰ ਕੰਡਾ ਲੱਗ ਗਿਆ। ਕੰਡਾ ਦੇ ਹੱਥ ਨਾਲ ਹੀ ਕੱਢਣਾ ਸੀ। ਜਦੋਂ ਹੱਥ ਨਾਲ ਕੰਡਾ ਕੱਢਣ ਲੱਗਾ, ਇਹ ਅੰਦਰ ਲਫ਼ਜ਼ ਵੜ ਗਿਆ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਆਪਣੇ ਘਰ ਚਲਾ ਗਿਆ। ਜਿਹਦੇ ਚੋਰ ਹੋਈ ਅਫਸਰ ਦੇ, ਉਸਨੇ ਬਹੁਤ ਸਾਰੇ ਚੋਰ ਫੜਾਏ, ਮਾਰਕੁੱਟ ਹੋਈ, ਲੇਕਿਨ ਚੋਰ ਦਾ ਕੋਈ ਖੋਜ ਖਰਾ ਨਹੀਂ ਲੱਗਾ। ਫਿਰ ਉਹਨਾਂ ਨੇ ਫਵੇ ਕੁੱਟਣਾ ਮੁਕਾਈਆਂ। ਉਹਨਾਂ ਨੂੰ ਕਿਹਾ ਕਿ ਸਾਨੂੰ ਚੋਰੀ ਦਾ ਕੋਈ ਦੱਸੋ, ਫੜ ਦਿਓ, ਕੋਈ ਚੋਰ ਨਹੀਂ ਸਾਡੇ ਪਾਸੋਂ ਫੜਿਆ ਜਾਂਦਾ। ਉਸਨੇ ਮੰਗ ਦਾ ਰੂਪ ਬਣਾ ਲਿਆ, ਘਰ ਘਰ ਮੰਗਣਾ ਸ਼ੁਰੂ ਕਰ ਦਿੱਤਾ। ਜਦੋਂ ਚੋਰ ਦੇ ਘਰ ਜਾਵੇ, ਬਰਤਨ ਵੀ ਜ਼ਿਆਦਾ ਪਵੇ, ਨਾਲੇ ਦੋਵੇਂ ਮਾਂ ਪੁੱਤ ਵਿਹਲੇ। ਉਸਨੇ 1-2 ਦਿਨ ਵਿੱਚ ਤਜਰਬਾ ਕੀਤਾ, ਪੁਲਿਸ ਲੈ ਕੇ ਉਹਨੂੰ ਫੜਾ ਲਿਆ। ਹੁਣ ਚੋਰ ਨੂੰ ਜੇਲ੍ਹ ਵਿੱਚ ਲੈ ਗਏ, ਮਾਰਕੁੱਟ ਹੋਣਾ ਸ਼ੁਰੂ ਹੋ ਗਈ। ਪਰ ਜੋ ਉਸ ਦੇ ਪਿਤਾ ਦੀ ਸਿੱਖਿਆ ਸੀ ਕਿ ਚੋਰੀ ਕਰਕੇ ਮੰਨਣਾ ਨਹੀਂ, ਚੋਰੀ ਕਰਕੇ ਮੰਨਣਾ ਨਹੀਂ, ਮਾਰਕੁੱਟ ਵੀ ਹੋਣਾ ਸ਼ੁਰੂ ਹੋ ਗਈ, ਲੇਕਿਨ ਉਹ ਮੰਨੇ ਨਾ। ਅਫਸਰਾਂ ਨੇ ਕਿਹਾ ਕਿ ਇਹ ਕੋਈ ਗਰੀਬ ਤੇ ਨਹੀਂ ਤੂੰ ਮਰਵਾਉਂਦੀ। ਭਵੇ ਕੁੱਟਣ ਨੂੰ ਕਿਹਾ, ਇਹ ਤੇ ਚੋਰੀ ਮੰਨਦਾ ਨਹੀਂ। ਉਸਨੇ ਕਿਹਾ ਕਿ ਇੱਕ ਲੱਛਣ ਮੈਨੂੰ ਹੋਰ ਕਰ ਲੈਣ ਦਿਓ। ਉਸਨੇ ਦੇਵੀ ਦਾ ਰੂਪ ਬਣਾ ਲਿਆ। 2 ਬਾਹਾਂ ਸਹੀ ਸੀ, 2 ਨਕਲੀ ਲਾ ਲਈਆਂ, ਮਸਾਲਾਂ ਬਾਲ ਕੇ ਹੱਥਾਂ 'ਚ ਫੜ ਲਈਆਂ, ਚੰਗੇ ਕੱਪੜੇ ਲਗਾ ਲਏ, ਜੇਲ੍ਹ ਵਿੱਚ ਚਲਾ ਗਈ। ਜਦੋਂ ਜੇਲ੍ਹ ਵਿੱਚ ਚਲਾ ਗਈ ਤੇ ਉਹ ਚੋਰ ਜਿਹੜਾ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗੀ, ਦੇਖ ਬੱਚਾ, ਮੈਂ ਆਪਣਾ ਆਸਣ ਛੱਡ ਕੇ ਤੇਰੇ ਪਾਸ ਆਈ ਹਾਂ, ਤੇਰਾ ਦੁੱਖ ਦੇਖ ਕੇ ਆਈ ਹਾਂ। ਤੈਨੂੰ ਮਾਰਕੁੱਟ ਹੋ ਰਹੀ ਹੈ, ਜੇ ਤੂੰ ਚੋਰੀ ਕੀਤੀ ਹੈ ਮੈਨੂੰ ਦੱਸ ਦੇ, ਜੇ ਨਹੀਂ ਕੀਤੀ ਤਦ ਵੀ ਦੱਸ ਦੇ, ਮੈਂ ਤੈਨੂੰ ਛੁਡਾ ਦਿੰਦੀ ਹਾਂ। ਚੋਰ ਦੱਸਣ ਵਾਸਤੇ ਤਿਆਰ ਹੋ ਗਿਆ, ਪਰ ਜਦੋਂ ਪਿਛਲੇ ਪਾਸੇ ਨਜ਼ਰ ਮਾਰੀ ਤਾਂ ਉਹਦਾ ਪਰਛਾਵਾਂ ਸੀ। ਚੋਰ ਸੋਚਦਾ ਹੈ ਕਿ ਸੰਤ ਮਹਾਂਪੁਰਖ ਰਿਸ਼ੀ ਮੁਨੀ ਜੋ ਦੁਨੀਆ 'ਤੇ ਆਏ ਹੈ, ਉਹਨਾਂ ਦੇ ਬਚਨ ਜਿਹੜੇ ਆ ਝੂਠੇ ਨਹੀਂ ਹੁੰਦੇ। ਇਹ ਕੋਈ ਮੇਰੇ ਨਾਲ ਠੱਗੀ ਹੋ ਰਹੀ ਹੈ, ਇਹ ਮੇਰੇ ਨਾਲ ਕੋਈ ਠੱਗੀ ਹੋ ਰਹੀ ਹੈ, ਇਹ ਦੇਵੀ ਨਹੀਂ ਹੈਗੀ, ਕਿਉਂਕਿ ਦੇਵੀ ਦੇਵਤਿਆਂ ਦਾ ਲਿਖਿਆ ਹੈ ਪਰਛਾਵਾਂ ਨਹੀਂ ਹੈਗਾ। ਕਹਿਣ ਲੱਗਾ, ਮਾਤਾ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਸਿਰ 'ਤੇ ਹੀ ਦੌੜੀ ਫਿਰਦੇ ਹਾਂ। ਮੈਂ ਚੋਰੀ ਨਹੀਂ ਕੀਤੀ, ਮੈਨੂੰ ਇਹ ਨੱਕ ਮਰਵਾ ਰਹੇ, ਮੈਂ ਚੋਰੀ ਨਹੀਂ ਕੀਤੀ। ਦੂਸਰੇ ਪਾਸੇ ਲਿਖ ਰਹੇ ਸਨ। ਮਕਸਦ ਕੀ ਹੈ ਕਿ ਚੋਰ ਨੂੰ ਛੱਡ ਦਿੱਤਾ। ਚੋਰ ਨੇ ਸੋਚਿਆ ਕਿ ਇੱਕ ਲਫ਼ਜ਼ ਮੈਂ ਸੰਤਾਂ ਮਹਾਂਪੁਰਖਾਂ ਦਾ ਸੁਣਿਆ ਹੈ ਤੇ ਇੱਕ ਲਫ਼ਜ਼ ਨੇ ਮੈਨੂੰ ਪਤਾ ਨਹੀਂ ਸਾਰੀ ਉਮਰ ਦੀ ਜੇਲ੍ਹ ਮਿਲਣੀ ਹੀ, ਕੀ ਹੋਣਾ ਤੇ ਕੀ ਨਹੀਂ ਹੋਣਾ, ਤੇ ਮੈਨੂੰ ਛਡਾ ਦਿੱਤਾ ਹੈ। ਜੇ ਮੈਂ ਬਹੁਤ ਸਾਰੇ ਸੁਣਾ ਤੇ ਕੀ ਬਣ ਜਾਵਾਂ। ਇਸ ਵਾਸਤੇ ਸੰਤਾਂ ਦੀ ਬਾਣੀ ਜਿਹੜੀ ਹੈ ਉਹ ਫਾਇਦੇਮੰਦ ਹੈ। ਅਸੀਂ ਇੱਕ ਵੀ ਲਫ਼ਜ਼ ਸਾਡੇ ਅੰਦਰ ਵੜ ਜਾਏ ਤਾਂ ਸਾਨੂੰ ਵਕਤ ਪਰ ਉਹਦਾ ਪਤਾ ਲੱਗੇਗਾ ਕਿ ਇਹਦਾ ਫਾਇਦਾ ਕਿਤਨਾ ਹੈਗਾ। ਅਗਰ ਸਾਡੇ ਅੰਦਰ ਇੱਕ ਲਫ਼ਜ਼ ਵੀ ਨਹੀਂ ਜਾਂਦਾ ਤਾਂ ਫਿਰ ਸਾਨੂੰ ਫਾਇਦਾ ਵੀ ਕੀ ਹੋਣਾ ਹੈਗਾ। ਗੁਰੂ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਹੈ, सत्संग सतगुर क्या करे, जब सिख नमाए चूक, अंधे एक न लगी ज्यों बांस बजाई फूक। उथे सतगुर की करेगा और सत्संग भी की करेगा जे एक लफज भी सिख दे अंदर नहीं बढ़िया। बांस नूं फूक मारो, दूजे पासे लंघ गई, एक कान सुनिया दूजे पासे असीं लंघा दित्ती। की कर लेगा सतगुर, की करेगा सत्संग, की करेगा। स्वामी जी महाराज जो बाणी च फरमा रहे ठीक फरमा रहे है
ਤੂੰ ਪ੍ਰੀਤੀ ਵੀ ਕਰ ਔਰ ਪ੍ਰਤੀਤ ਵੀ ਕਰ ਸਤਿਗੁਰ 'ਤੇ। ਉਹ ਜੋ ਤੈਨੂੰ ਕਹਿ ਰਿਹਾ ਠੀਕ ਕਹਿ ਰਿਹਾ, ਤੂੰ ਉਸ ਲਾਈਨ 'ਤੇ ਚੱਲਣ ਦੀ ਕੋਸ਼ਿਸ਼ ਕਰ। ਫਿਰ ਦੇਖ ਤੇ ਸਹੀ ਕੀ ਹੁੰਦਾ ਹੈਗਾ, ਕੀ ਤੇਰਾ ਵਿਗੜਦਾ ਹੈ ਕੁਛ ਕਿ ਜਾਂ ਤੇਰਾ ਸੌਰਦਾ ਹੈ, ਤੇਰਾ ਨੁਕਸਾਨ ਹੁੰਦਾ ਹੈ ਕਿ ਤੇਰਾ ਫਾਇਦਾ ਹੁੰਦਾ ਹੈ। ਤੂੰ ਉਸ ਲਾਈਨ 'ਤੇ ਤੁਰ ਤੇ ਸਹੀ। ਹਾਂਜੀ। मन मलिन के कहे ना चलना, गुर का बचन ही रखना, ये मद मंद गहे नहीं सरना, लोभ बढ़ाए उधर को पारना। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਐਸੀ ਮੱਤ ਇਸ ਦੀ ਭੈੜੀ ਬੰਦੇ ਦੀ ਹੋ ਗਈ ਹੈ, ਇਹ ਲੋਭ ਵਡਿਆਈ ਜਾਂ ਉਧਰ ਭਰਨ ਵਾਸਤੇ ਇਹ ਮਾੜੇ ਕਰਮ ਕਰਦਾ, ਇਸ ਸੰਤਾਂ ਦੀ ਸ਼ਰਨ ਵਿੱਚ ਨਹੀਂ ਜਾਂਦਾ ਔਰ ਉਹਨਾਂ ਦਾ ਕਹਿਣਾ ਨਹੀਂ ਮੰਨਦਾ। ਇਹ ਵਡਿਆਈ ਵਾਸਤੇ ਲੋਭ ਕਰਦਾ ਹੈ, ਨਜਾਇਜ਼ ਕਰਦਾ ਹੈ ਕਿ ਮੇਰੀ ਵਡਿਆਈ ਹੋਵੇ, ਉਧਰ ਭਰਨ ਵਾਸਤੇ। ਕਦੀ ਅਸੀਂ ਇਹ ਨਹੀਂ ਸੋਚਿਆ ਕਿ ਸਾਡੇ ਅੰਦਰ ਤਾਂ ਸਭ ਕੁਝ ਪਿਆ ਹੁੰਦਾ ਹੈ, ਅਸੀਂ ਆਪਣੀ ਹੱਥੀਂ ਬਣਾ ਵੀ ਸਕਦੇ ਹਾਂ, ਖਾ ਵੀ ਸਕਦੇ ਹਾਂ। ਤੁਸੀਂ ਜਾਓ ਕਿਸੇ ਬਾਹਰ ਦੇਖੋ, ਪਰਿੰਦਿਆਂ ਨੂੰ ਦੇਖੋ, ਉਹਨਾਂ ਦੀਆਂ ਕਿਹੜੀਆਂ ਦਾਣੇ ਦੀਆਂ ਕੋਠੀਆਂ ਭਰੀਆਂ ਹੁੰਦੀਆਂ ਨੇ, ਉਹਨਾਂ ਦਾ ਵੀ ਤਾਂ ਉਧਰ ਭਰਿਆ ਜਾਂਦਾ। ਪਰਮਾਤਮਾ ਉਹਨਾਂ ਦਾ ਵੀ ਕੋਈ ਨਾ ਕੋਈ ਯਤਨ ਕੀਤਾ ਹੀ ਜਾਂਦਾ, ਉਹ ਵੀ ਰੋਜ਼ ਦਾ ਰੋਜ਼ ਗੁਜ਼ਾਰਾ ਕਰਦੇ ਹੈ। ਕੀੜੇ ਮਕੌੜੇ ਵੀ ਰੋਜ਼ ਦਾ ਰੋਜ਼ ਗੁਜ਼ਾਰਾ ਕਰਦੇ ਹੈ, ਕੁੱਤੇ ਬਿੱਲੇ ਵੀ ਕਰਦੇ ਹੈ, ਔਰ ਕਈ ਦੁਨੀਆ 'ਤੇ ਜੀਵ ਜਿਹੜੇ ਹੈ ਰੋਜ਼ ਦਾ ਰੋਜ਼ ਗੁਜ਼ਾਰਾ ਕਰਦੇ ਹੈ। ਸਾਡੇ ਵਾਸਤੇ ਹੀ ਮੁਸ਼ਕਿਲ ਆ ਗਈ ਹੈ। ਸਭ ਕੁਝ ਸਾਡੇ ਕੋਲ ਹੁੰਦਾ ਵੀ ਹੈ, ਅੰਦਰ ਪਿਆ ਹੁੰਦਾ, ਅਸੀਂ ਆਪਣੇ ਹੱਥਾਂ ਨਾਲ ਬਣਾ ਵੀ ਸਕਦੇ ਹਾਂ, ਖਾ ਵੀ ਸਕਦੇ ਹਾਂ, ਫਿਰ ਵੀ ਸਾਨੂੰ ਇਸ ਉਧਰ ਭਰਨ ਦੀ ਚਿੰਤਾ ਪਈ ਹੈਗੀ। स्वामी जी महाराज जो बाणी च फरमा रहे ठीक फरमा रहे है, ये उधर भरन वास्ते और वड्याई वास्ते ते लोभ लालच विच फस जाता है। लोभ लालच विच फस जाता है। लोभीए दी मौत हजूर कई बार फरमाउंदे हुंदे है कि गप्पीए दे हत्थ हुंदी है। जिहड़ा बंदा लोभी है वो गप्पा मारन वाले दे हत्थ उहदी मौत हुंदी है। कई बार अगे भी तुहानूं ये साखी सुनाई है, कोई बंदा सी शैतान, वो पिंड झोका दिंदा फिरे कि मैनू कोई नौकर रख लो। एक जिमीदार सी, वो जिमीदारी का काम करता सी, बंदियां दी लोड़ हुंदी है, उन्हें सोचिया भी चलो नौकर रख लैने। पूछया कि की तनख्वाह लएगा? कहंदा तनख्वाह नहीं मैं लैनी कोई भी, 6 महीने विच एक मैं गप्पी मारांगा छोटी जी, ते साल नूं गप मारांगा, पैसा कोई नहीं लैना, काम जो मर्जी दसो मैनू। उसने सोचा इन्हें गप्पी की मार लैनी हैगी, की कर लऊगा। कदी हल बहाओ, कदे पट्ठे वढाओ, उन्होंने दिन रात उन्हें आराम नहीं लैन दिता। उधरों 6 महीने गुजरन वाले सन। वो मालक उहदा बाहर गया, उन्हें हल फड़ी तो नौकर घर आ गया। तो घर आके कहंदा उहदे घर वाली नूं कि चौधरी साहब घरों गए है? हाँ। तू कुछ देखिया कि नहीं? ये मैं की देखना सी? कहंदे उहदा पिंडा जिहड़ा ना सारा नमकीना हो गया, पता नहीं किहड़े वेले खुर जाए। मैं किस तरह देखांगी? कहते जिसले तू शाह पहला लैके आना ही है ना, जदों वो खान लगेगा ना पिठ पिछों कुर्ता चुक के जीभ मार के देख ली। उन्हें क्या गल तो ठीक है, हुण जिस काम का बंदे नूं फिक्र होवे उस ते चाल भी तेज़ हो जाती है, तुरना भी तेज़ होंदा। चला गया वापस, कहंदा चौधरी साहब तुसीं घरों आए हो? हाँ घरों आया। की गल? कहंदा तुसीं ते बच के आ गए, मैं तो फस चलिया सी। कहंदे की गल? कहंदे तेरे घर वाली नूं हल्का हो गया है ते बच के नहीं है, मैं तो मसों नसां उहदे कोलों।
ਹਲਕਾ ਹੋ ਗਿਆ ਹੈ। ਉਧਰੋਂ ਜਿਹੜੇ ਸ਼ਾਹ ਵਾਲਾ ਲੈ ਕੇ ਆ ਰਹੇ ਸੀ ਤਾਂ ਤੇਜ਼ ਤੁਰ ਰਹੀ ਸੀ। ਕਹਿੰਦਾ ਦੇਖਿਆ ਕੱਲ੍ਹ ਇੱਦਾਂ ਤੁਰਦੀ ਸੀ। ਇਹ ਨਹੀਂ, ਇਹ ਸਾਰਾ ਹਲਕਾ ਦਾ ਹੀ ਨੁਕਸ ਜੇ। ਆਹ ਦੇਖੋ ਹੁਣ ਇਹਨੂੰ ਨਸ਼ਾ ਚੜ੍ਹਿਆ ਹੈਗਾ, ਕਿੱਦਾਂ ਆ ਰਹੀ ਹੈਗੀ। ਸ਼ਾਹ ਵਾਲਾ ਛੱਡਿਆ, ਉਹਦੇ ਮੂੰਹ ਵੱਲ ਦੇਖੀ ਜਾਓ, ਉਹਦੇ ਮੂੰਹ ਵੱਲ ਦੇਖੀ ਜਾਏ। ਉਹ ਸੋਚੇ ਕਿਤੇ ਪੈ ਹੀ ਨਾ ਜਾਵੇ ਮੈਨੂੰ। ਜਦੋਂ ਬਹਿ ਗਿਆ ਸ਼ਾਹ ਵਾਲਾ ਖਾਨ ਤੇ ਪੈਰੈਣ ਕੋਲ ਰੱਖ ਲਈ। ਚੱਲੇ ਉਹਨੇ ਬੁਰਕੀ ਮੂੰਹ 'ਚ ਪਾਈ, ਉਹਨੇ ਪਿੱਠ ਪਿੱਛੋਂ ਕੁਰਤਾ ਚੁੱਕਿਆ, ਜੀਭ ਮਾਰੀ। ਤੇ ਆਖਰ ਬੰਦੇ ਦਾ ਨਮਕੀਨ ਪਿੰਡਾਂ ਦੇ ਨਮਕੀਨਾ ਹੀ ਹੁੰਦਾ। ਜਦੋਂ ਜੀਭ ਮਾਰਨ ਲੱਗੀ ਤਾਂ ਉਹਨੇ ਗੁੱਤੋਂ ਫੜ ਲਿਆ, ਦਹਿ ਪੈਰੈਣ ਬਾਣਾ ਸ਼ੁਰੂ ਕਰ ਦਿੱਤੀ। ਲਾਗੇ ਪਿੰਡ ਸੀ ਉਹਦੇ ਪੇਕੀ, ਉੱਥੇ ਚਲਾ ਗਿਆ। ਜਾ ਕੇ ਕਹਿਣ ਲੱਗਾ ਦੇਖੋ ਘਰ ਦੇ ਵਿੱਚ 100 ਲੜਾਈ ਝਗੜਾ ਹੁੰਦਾ ਘਰਾਂ ਦੇ ਵਿੱਚ, ਲੇਕਿਨ ਇੱਦਾਂ ਦੀ ਥੋੜ੍ਹੀ ਇਹਨੇ ਬਾਣ ਦੇ ਵਿੱਚ ਬੇਇੱਜ਼ਤੀ ਕਰਨ ਡਿਆ, ਤੁਹਾਡੀ ਭੈਣ ਨੂੰ ਮਾਰਨ ਡਿਆ। ਉਧਰੋਂ ਉਹ ਆ ਕੇ ਡਾਂਗਾ ਲੈ ਕੇ ਉਹਨੂੰ ਕੁੱਟ ਸੁੱਟਿਆ। ਪਿੰਡ ਚਲਾ ਗਿਆ, ਉਹਦੇ ਸ਼ਰੀਕਾਂ ਭਾਈਆਂ ਨੂੰ ਕਿਹਾ ਦੇਖੋ ਰਿਸ਼ਤੇਦਾਰਾਂ ਦੀਆਂ 100 ਗੱਲਾਂ ਹੁੰਦੀਆਂ, ਪਰ ਇਹ ਥੋੜ੍ਹਾ ਹੁੰਦਾ ਵੀ 10 ਬਾਣ ਦੇ ਵਿੱਚ ਤੁਹਾਡੇ ਭਰਾ ਨੂੰ ਉਹਨਾਂ ਮਾਰ ਦਿੱਤਾ ਫੜ। ਉਹਦੇ ਸ਼ਰੀਕ ਭਾਈ ਆਏ, ਉਹਨਾਂ ਨਾਲ ਲੜੇ। ਉਹਨਾਂ ਕਿਸੇ ਦਾ ਸਿਰ ਪਾਟਾ, ਕਿਸੇ ਦੀ ਬਾਂਹ ਟੁੱਟੀ, ਕਿਸੇ ਦਾ ਕੁਝ ਹੋਇਆ, ਭੈਣ ਸਾਰੇ 70 ਪੈ ਗਿਆ। ਆਣ ਜਦੋਂ ਇਕੱਠੇ ਹੋਏ ਲੋਕ ਵੀ ਲੜਾਈ ਲੱਗੀ ਕਾਹਦੇ ਤੂੰ ਹੈ, ਲੜਾਈ ਲੱਗੀ ਕਾਹਦੇ ਤੂੰ ਹੈ। ਲੱਗੀ ਗੱਲ ਚਲਦੀ 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 ਗੱਲ ਆ ਗਈ ਨੌਕਰ 'ਤੇ। ਕਹਿੰਦੇ ਨੌਕਰ ਨੂੰ ਫੜੋ ਕੰਜਰ ਨੂੰ, ਇਹਨੇ 2 ਪਿੰਡ ਮਰਵਾਈ ਦਿੱਤੇ ਹੈਗੇ ਹੈ। ਕਹਿੰਦਾ ਕੀ ਗੱਲ ਹੋਈ ਹੈ। ਨੌਕਰ ਕਹਿੰਦਾ ਮੇਰੀ ਗੱਲ ਸੁਣ ਲਓ, ਜਦੋਂ ਇਹਨੇ ਮੈਨੂੰ ਨੌਕਰ ਰੱਖਿਆ ਸੀ ਤੇ ਪੁੱਛੋ ਇਹਨੇ ਕੋਈ ਪੈਸਾ ਧੇਲਾ ਦਿੱਤਾ ਮੈਨੂੰ। ਸਿਰਫ ਮੇਰਾ ਇੱਕੋ ਹੀ ਵਾਅਦਾ ਸੀ ਵੀ ਮੈਂ 6 ਮਹੀਨਿਆਂ ਨੂੰ ਇੱਕ ਗੱਪੀ ਮਾਰਾਂਗਾ ਛੋਟੀ ਜਿਹੀ, ਤੇ 6 ਮਹੀਨੇ ਦੇ ਬਾਅਦ ਸਾਲ ਨੂੰ ਮਾਰਨੀ ਜੀ ਗੱਪ, ਪੈਸਾ ਮੈਂ ਕੋਈ ਨਹੀਂ ਲਾਵਾਂਗਾ। ਪੁੱਛੋ ਇਹਨੇ 6 ਮਹੀਨੇ ਹੋਇਆ ਮੈਨੂੰ ਕੋਈ ਪੈਸਾ ਦਿੱਤਾ ਹੈ? ਕਿਹੜਾ ਕੰਮ ਨਹੀਂ ਮੈਂ ਇਹਦਾ ਕੀਤਾ, ਜੋ ਮੈਨੂੰ ਕੰਮ ਦੱਸਦਾ ਰਿਹਾ ਮੈਂ ਕਰਦਾ ਰਿਹਾ। ਤੇ ਜੇ ਤੁਸੀਂ ਮੈਨੂੰ ਰੱਖਣਾ ਤੇ ਰੱਖੋ, ਮੈਂ ਸਾਲ ਨੂੰ ਗੱਪ ਮਾਰਾਂਗਾ। ਉਹ ਕਹਿੰਦੇ ਇਹਨੂੰ ਕੰਜਰ ਨੂੰ ਹੁਣੇ ਕੱਢੋ, ਸਾਲ ਨੂੰ ਪਤਾ ਨਹੀਂ ਇਹਨੇ ਕੀ ਕਰਨਾ ਹੈਗਾ। ਸਾਲ ਨੂੰ ਇਹਨੂੰ ਪਤਾ ਨਹੀਂ ਕੀ ਕਰਨਾ। 2 ਪਿੰਡ ਦੇ ਇਹਨਾਂ ਨਿੱਕੀ ਜਿਹੀ ਗੱਪੀ ਨਾਲ ਮਰਵਾ ਦਿੱਤੇ। ਇਸ ਵਾਸਤੇ ਲੋਭੀਏ ਦੀ ਮੌਤ ਜਿਹੜੀ ਹੁੰਦੀ ਹੈ ਉਹ ਗੱਪੀਏ ਦੇ ਹੱਥ ਹੁੰਦੀ, ਗੱਪ ਮਾਰਨ ਵਾਲੇ। ਗੁਰੂ ਸਾਹਿਬ ਜੀ ਲੋਭ ਔਰ ਮਾਣ ਤੇ ਉਧਰ ਭਰਨ ਵਾਸਤੇ ਦੱਸ ਰਹੇ ਹੈ। ਅਸੀਂ ਲੋਭ ਕਾਹਦੇ ਵਾਸਤੇ ਕਰਦੇ ਹਾਂ ਕਿ ਅਸੀਂ ਬੜੇ ਹੋ ਜਾਈਏ, ਸਾਡੇ ਕੋਲ ਬਹੁਤ ਕੁਛ ਹੋ ਜਾਏ, ਸਾਡੀ ਲੋਕੀ ਮਾਣ ਵਡਿਆਈ ਕਰਨ ਔਰ ਚੰਗਾ ਖਾਣਾ ਖਾਈਏ, ਚੰਗਾ ਲਾਈਏ। ਇਸ ਵਾਸਤੇ ਅਸੀਂ ਆਪਣੀ ਕਿਸਮਤ 'ਤੇ ਨਹੀਂ ਰਹਿੰਦੇ, ਅਸੀਂ ਦੂਸਰਿਆਂ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ। ये मत मंद गहे नहीं सरना, लोभ बढ़ाए उदर को पारना। तुम मानो मत इसका कहना, इसके संग जगत बिच गिरना। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੁਸੀਂ ਇਹਦਾ ਕਹਿਣਾ ਨਾ ਮੰਨੋ। ਅਗਰ ਤੁਸੀਂ ਇਹਦਾ ਕਹਿਣਾ ਮੰਨੋਗੇ ਤੇ ਜਗਤ ਵਿੱਚ ਗਿਰੋਗੇ। और पिछले इतिहास पढ़ के देखो कि जितने भी तपा होए ये मन दे आखे लागे होए। बड़े बड़े ऋषि, बड़े बड़े अवतार, बड़े बड़े दुनिया के राजे महाराजे अगर तपा होए तो मन दे आखे लागे ही होए। जेड़े शब्द व्यासी महापुरख ने वो तो कहते भाई शांति, शांति की जरूरत है, प्यार की जरूरत है। तू अपनी परलवत ते रहो, अपने जो परमात्मा ने तैनू दिता तू इसे नू बहुता समझ लै। तैनू बहुते की जरूरत ही नहीं, लड़ाई झगड़े की जरूरत नहीं। वो तो शांति कहते कि खुश रहो, शांत रहो। हाँ जी। तुम मानो मत इसका कहना,
इसके संग जगत बिच गिरना, इस मूरख को समझ पकड़ना, गुर के चरण कभी ना बिसरना। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਅਗਰ ਐਸ ਮੂਰਖ ਨੂੰ ਤੂੰ ਸਮਝਾਉਣਾ ਹੈ ਤੇ ਇਹਦੇ ਮਗਰ ਲੱਗ ਕੇ ਨਹੀਂ ਤੂੰ ਸਮਝਾ ਸਕਦਾ। ਸਤਿਗੁਰ ਦੇ ਚਰਨ ਨਾ ਛੱਡੀ। ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ, ਤੂੰ ਚਤਰਾ ਗੁਰ ਕਾ ਪਿਆਰਾ, ਗੁਰ ਸੰਗ ਰਹੋ ਸਮਾਈ। ਤੇਰੀ ਅਕਲਬੰਦੀ ਔਰ ਸਮਝਦਾਰੀ ਜਿਹੜੀ ਹੈ ਤਦ ਹੈ ਜੇ ਤੂੰ ਸਤਿਗੁਰ ਦੀ ਸ਼ਰਨ ਨਹੀਂ ਛੱਡੇਂਗਾ। ਜਦੋਂ ਤੂੰ ਸਤਿਗੁਰ ਦੀ ਸ਼ਰਨ ਛੱਡ ਦਿੱਤੀ, ਸਮਝ ਲੈ ਤੂੰ ਮੂਰਖ ਹੋ ਗਿਆ, ਤੇਰੀ ਅਕਲਬੰਦੀ ਜਾਂਦੀ ਰਹੀ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਿਹਾ ਹੈ ਕਿ ਮਨ ਦੇ ਸਮਝਾਉਣ ਦਾ ਤਰੀਕਾ ਹੀ ਹੈ ਕਿ ਸਤਿਗੁਰ ਦੀ ਸ਼ਰਨ ਨਾ ਛੱਡੀ। ਇਹ ਆਪੇ ਫਿਰ ਤੁਰ ਕੇ ਆ ਜਾਏਗਾ। ਕਿੱਥੇ ਜਾਏਗਾ? ਜੇ ਮਨ ਕਹਿੰਦਾ ਚੋਰੀ ਕਰਨੀ ਹੈ, ਜਾ ਕਰ, ਜਾ ਕੇ ਤੂੰ ਨਾ ਜਾ, ਤੂੰ ਸਰੀਰ ਨਾ ਲੈ, ਤੇਰਾ ਸਰੀਰ ਨਹੀਂ ਜਾਣਾ ਚਾਹੀਦਾ। ਇਹਨੂੰ ਕਹੋ ਜਾ ਕਰਕੇ ਆ। ਕੀ ਕਰਕੇ ਆਏਗਾ? ਜੇ ਹੋਰ ਕੋਈ ਕੰਮ ਦੱਸੇਗਾ ਤੇ ਇਹਨੂੰ ਕਹੋ ਜਾਓ ਕਰੋ, ਜਾ ਕੇ ਖੁੱਲ੍ਹਾ ਛੱਡ ਦਿਓ ਇਹਨੂੰ, ਜਾ ਕਰਕੇ ਆ। ਕੀ ਕਰੇਗਾ ਇਹ? ਬਗੈਰ ਸਰੀਰ ਦੇ ਕੁਝ ਨਹੀਂ ਕਰ ਸਕਦਾ। ਲੇਕਿਨ ਸੰਤ ਕਹਿੰਦੇ ਤੂੰ ਸਰੀਰ ਨਾ, ਤੇਰਾ ਰਹਿਣਾ ਚਾਹੀਦਾ ਤੇਰਾ ਸਰੀਰ, ਇਹਦੇ ਆਖੇ ਨਾ ਲੱਗੇ। ਇਹਨੂੰ ਕਹੋ ਜਾ ਤੂੰ ਕਰਕੇ ਆ। ਇਹ ਕੀ ਕਰ ਲਏਗਾ? ਆਪੇ ਆਖਰ ਹਾਰ ਉੱਠ ਕੇ ਬਹਿ ਜਾਏਗਾ। ਇਹਦੇ ਸਮਝਾਉਣ ਦਾ ਤਰੀਕਾ ਹੀ ਹੈ ਸਤਿਗੁਰ ਦੀ ਸ਼ਰਨ, ਕਿ ਸਤਿਗੁਰ ਦੀ ਸ਼ਰਨ ਨਾ ਤੂੰ ਛੱਡੀ। ਇਹਨੂੰ ਜਾਣਦੇ ਜਿੱਧਰ ਜਾਂਦਾ ਹੈ। ਕੀ ਕਰ ਲਏਗਾ ਇਹ? ਹਾਂਜੀ। इस मूरख को समझ पकड़ना, गुर के चरण कभी ना बिसरना, गुर का रूप नैन में तारना, सुरत शब्द से नभ पर चढ़ना। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਸਤਿਗੁਰ ਦਾ ਸਰੂਪ ਜਿਹੜਾ ਤੂੰ ਆਪਣੀ ਅੱਖਾਂ 'ਚ ਰੱਖ। ਅਸੀਂ ਆਮ ਬੀਬੀਆਂ ਸ਼ਬਦ ਪੜ੍ਹਦੀਆਂ, ਬੰਦੇ ਵੀ ਪੜ੍ਹਦੇ ਆ, ਆ ਸਤਿਗੁਰ ਵਿੱਚ ਬੈਠ ਜਾ ਅੱਖੀਆਂ, ਖਾਲੀ ਰੱਖੀਆਂ ਮੈਂ ਵਾਸਤੇ ਤੇਰੇ। ਅਸੀਂ ਇਹ ਸੋਚਣਾ ਕਿ ਕਿਆ ਸਾਡੀਆਂ ਅੱਖਾਂ ਖਾਲੀ ਹੈਗੀਆਂ ਨੇ? ਸਾਡੀਆਂ ਅੱਖਾਂ ਦੇ ਵਿੱਚ ਸਾਰਾ ਜਹਾਨ ਵਸ ਰਿਹਾ, ਸਾਰੀ ਦੁਨੀਆ ਵਸ ਰਹੀ ਹੈ। ਜਿਨ੍ਹਾਂ ਨੇ ਇਹਨਾਂ ਨੂੰ ਖਾਲੀ ਕੀਤਾ ਹੈ, ਦਿਨ ਰਾਤ ਮਿਹਨਤ ਕਰਕੇ ਖਾਲੀ ਕੀਤਾ ਹੈ, ਉਹਨਾਂ ਦੀਆਂ ਅੱਖਾਂ 'ਚ ਬੈਠ ਵੀ ਗਿਆ ਹੈਗਾ, ਉਹਨਾਂ ਦੀਆਂ ਅੱਖਾਂ 'ਚ ਬੈਠ ਵੀ ਜਾਂਦਾ ਹੈ। ਪਰ ਜਿਹਨਾਂ ਖਾਲੀ ਕੀਤਾ ਹੈਗਾ, ਜਿਹਨਾਂ ਅੱਖਾਂ ਨੂੰ ਖਾਲੀ ਨਹੀਂ, ਸਾਡੇ ਅੱਖਾਂ ਦੇ ਵਿੱਚ ਸਾਰਾ ਦੁਨੀਆ ਵਸ ਰਹੀ ਹੈ, ਸਾਰਾ ਜਹਾਨ ਵਸ ਰਿਹਾ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਸਤਿਗੁਰ ਦਾ ਸਰੂਪ ਆਪਣੀਆਂ ਅੱਖਾਂ 'ਚ ਰੱਖ ਔਰ ਸੁਰਤ ਸ਼ਬਦ, ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜ ਦੇ। ਉਹ ਸ਼ਬਦ ਸੱਚਖੰਡ ਦੇਸ਼ ਵਿੱਚ ਆ ਰਿਹਾ ਔਰ ਸੱਚਖੰਡ ਦੇਸ਼ ਵਿੱਚ ਜਾ ਰਿਹਾ। ਇੱਕ ਦਿਨ ਤੂੰ ਵੀ ਆਪਣੇ ਦੇਸ਼ ਪਹੁੰਚ ਜਾਏਗਾ। ਸਾਨੂੰ ਕੋਈ ਕਮੀ ਨਹੀਂ ਰਹਿ ਸਕਦੀ, ਕੋਈ ਢਿੱਲ ਨਹੀਂ ਪੈ ਸਕਦੀ। ਸਿਰਫ ਸਾਡੀ ਇੰਨੀ ਢਿੱਲ ਹੈ ਕਿ ਸਾਡੀ ਸੁਰਤੀ ਉਸ ਸ਼ਬਦ ਨਾਲ ਜੁੜਦੀ ਨਹੀਂ। ਜਦੋਂ ਸਾਡੀ ਸੁਰਤੀ ਸ਼ਬਦ ਨਾਲ ਜੁੜ ਜਾਏਗੀ फिर कोई ढिल नहीं। हाँ जी। गुर का रूप नैन में तारना, सुरत शब्द से नभ पर चढ़ना,
राधा स्वामी नाम सिमरना, जो वे कहे चेत में तारना। स्वामी जी महाराज शब्द समाप्त करते हुए बड़े प्यार दे नाल फरमा रहे है कि ਅਸੀਂ ਜੋ ਵੀ ਤੁਹਾਨੂੰ ਕਹਿੰਦੇ ਆ ਤੁਸੀਂ ਆਪਣੇ ਅੰਦਰ ਬਿਠਾਓ। ਜੋ ਵੀ ਅਸੀਂ ਬਚਨ ਤੁਹਾਨੂੰ ਕਹਿੰਦੇ ਆ ਦੱਸਦੇ ਆ ਤੁਸੀਂ ਸਾਡੇ ਬਚਨ ਆਪਣੇ ਅੰਦਰ ਬਿਠਾਓ, ਤੁਹਾਨੂੰ ਸਮੇਂ ਪਰ ਉਹਦਾ ਪਤਾ ਲੱਗੇਗਾ ਕਿੰਨਾ ਫਾਇਦਾ ਹੈਗਾ। ਲੇਕਿਨ ਅਸੀਂ ਇੱਕ ਕੰਨ ਸੁਣਦੇ ਆ ਦੂਜੇ ਲੰਘਾ ਦਿੰਦੇ ਆ। ਸਾਡੀ ਹਾਲਤ ਇਸ ਤਰ੍ਹਾਂ ਹੈ, ਭੇਡ ਚਾਲ ਗੁਰੂ ਸਾਹਿਬ ਜੀ ਫਰਮਾਉਂਦੇ ਹੁੰਦੇ ਸੀ ਕਿ ਸਾਡੀ ਭੇਡ ਚਾਲ ਬਣੀ ਹੈ, ਸੋਚ ਸਮਝ ਅਸੀਂ ਕੁਝ ਕਰਦੇ ਨਹੀਂ ਕਿ ਕਿਆ ਅਸੀਂ ਜਿਸ ਰਸਤੇ ਤੁਰ ਰਹੇ ਹਾਂ ਕਿ ਰਸਤਾ ਸਾਨੂੰ ਕੋਈ ਆਪਣੀ ਸਾਡੀ ਮੰਜ਼ਿਲ ਮਕਸੂਦ 'ਤੇ ਪਹੁੰਚਾਏਗਾ ਜਾਂ ਨਹੀਂ, ਸਾਨੂੰ ਇਸ ਰਸਤੇ ਸੁੱਖ ਮਿਲੇਗਾ ਜਾਂ ਨਹੀਂ। ਇਹ ਕਦੀ ਸੋਚਦੇ ਨਹੀਂ। ਇੱਕ ਦੂਸਰੇ ਦੇ ਕਹਿਣ ਕਹਾਣ 'ਤੇ ਭੇਡਾਂ ਦੀ ਚਾਲ ਜਿਹੜੀ ਹਜ਼ੂਰ ਫਰਮਾਉਂਦੇ ਹੁੰਦੇ, ਇੱਕ ਭੇਡ ਪਹਾੜ ਤੋਂ ਡਿੱਗੀ, ਉਹ ਸਾਰੀਆਂ ਹੀ ਡਿੱਗ ਪਈਆਂ ਕਿ ਇੱਕ ਗਈਏ ਅਤੇ ਅਸੀਂ ਕਿਹਨੂੰ ਪਿੱਛੇ ਰਹੀਏ। ਇਹ ਹਾਲਤ ਸਾਡੀ ਹੋ ਜਾਂਦੀ ਹੈ। ਅਸੀਂ ਕਦੀ ਵੀ ਕਿਸੇ ਬਾਰੇ ਸੋਚਿਆ ਨਹੀਂ। ਜੋ ਸਵਾਮੀ ਜੀ ਮਹਾਰਾਜ ਸ਼ਬਦ ਸਮਾਪਤ ਕਰਦੇ ਹੋਏ ਫਰਮਾ ਰਹੇ ਹੈ, ਇਹ ਸੰਤਾਂ ਦੇ ਤਜਰਬੇ ਹੈ। ਉਹ ਆਪਣੇ ਤਜਰਬੇ ਦੱਸ ਰਹੇ ਹੈ ਕਿ ਭਾਈ ਜੋ ਵੀ ਅਸੀਂ ਬਚਨ ਤੁਹਾਨੂੰ ਦੱਸਦੇ ਹਾਂ ਤੁਸੀਂ ਆਪਣੇ ਅੰਦਰ ਬਚਨ ਬਿਠਾਓ, ਫਿਰ ਇਹਨਾਂ ਦਾ ਫਾਇਦਾ ਲਓ। ਦੇਖੋ ਕੀ ਬਣਦਾ ਹੈਗਾ, ਦੇਖੋ ਕੀ ਤੁਹਾਨੂੰ ਘਾਟਾ ਪੈਂਦਾ ਹੈ ਕਿ ਫਾਇਦਾ ਜਾਂ ਵਾਧਾ ਹੁੰਦਾ ਹੈ, ਕਰਕੇ ਤੇ ਦੇਖੋ। हाँ जी। राधा स्वामी नाम सिमरना, जो वे कहे चेत में तारना। ਹਾਜ਼ਰੀ ਭਰੋ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਰਾਧਾ।